ਤੁਹਾਡਾ ਸਭ ਦਾ ਸਵਾਗਤ ਹੈ। ਤੁਸੀਂ ਦੇਖ ਰਹੇ ਹੋ ਪੀਟੀਵੀ ਇੰਡੀਆ। ਮੈਂ ਹਾਂ ਮਦਨਦੀਪ। ਮੇਰੇ ਨਾਲ ਨੇ ਉੱਘੇ ਵਿਦਵਾਨ ਰਾਜਨੀਤਿਕ ਸ਼ਾਸਤਰੀ ਡਾਕਟਰ ਮੁਹੰਮਦ ਖਾਲਿਦ ਸਾਹਿਬ। ਡਾਕਟਰ ਮੁਹੰਮਦ ਖਾਲਿਦ ਸਾਹਿਬ ਦੀ ਜ਼ਿਆਦਾ ਪਹਿਚਾਣ ਕਰਾਉਣ ਦੀ ਲੋੜ ਨਹੀਂ। ਡਾਕਟਰ ਸਾਹਿਬ ਪੰਜਾਬ ਯੂਨੀਵਰਸਿਟੀ ਦੇ ਵਿੱਚ ਰਾਜਨੀਤਿਕ ਸ਼ਾਸਤਰ ਪੜ੍ਹਾਉਂਦੇ ਨੇ। ਸਭ ਤੋਂ ਪਹਿਲਾਂ ਅਸੀਂ ਸਵਾਗਤ ਕਰਦੇ ਹਾਂ। ਡਾਕਟਰ ਸਾਹਿਬ ਤੁਹਾਡਾ ਸਵਾਗਤ ਹੈ ਜੀ। हाँ जी, धन्यवाद जी, बहुत बहुत मदनदीप जी। ਜੀ ਮੈਂ ਇਸ ਕਰਕੇ ਕਿਹਾ ਕਿ ਤੁਹਾਨੂੰ ਬਹੁਤੇ ਤੁਹਾਡੀ ਜਾਣ ਪਛਾਣ ਦੀ ਲੋੜ ਨਹੀਂ ਹੈਗੀ, ਕਿਉਂਕਿ ਤੁਸੀਂ ਨੈਸ਼ਨਲ ਮੀਡੀਆ ਤੇ ਵੀ ਛਾਏ ਹੁੰਦੇ ਹੋ। ਐਨਡੀਟੀਵੀ ਹੋਵੇ ਜਾਂ ਹੋਰ ਵੱਡੇ ਵੱਡੇ ਟੈਲੀਵਿਜ਼ਨ ਹੋਣ, ਤੁਹਾਡੀ ਹਾਜ਼ਰੀ ਦੇਖੀ ਜਾਂਦੀ ਹੈ ਔਰ ਤੁਸੀਂ ਪੰਜਾਬ ਨੂੰ ਰਿਪਰੈਜ਼ੈਂਟ ਕਰਦੇ ਹੋ। ਬੜੀ ਖੁਸ਼ੀ ਹੁੰਦੀ ਹੈ। ਡਾਕਟਰ ਸਾਹਿਬ ਮੁੱਦੇ ਬਹੁਤ ਸਾਰੇ ਪੰਜਾਬ ਦੇ ਵਿੱਚ ਅੱਜ ਛਾਏ ਰਹੇ ਆ। ਖਾਸ ਕਰਕੇ ਸਾਡੇ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਦੀ ਅੱਜ ਕਾਫੀ ਆਲੋਚਨਾ ਹੋ ਰਹੀ ਹੈ ਕਈ ਮੁੱਦਿਆਂ ਦੇ ਉੱਪਰ। ਜਿਵੇਂ ਕਿ ਉਹਨਾਂ ਦੀ ਇੱਕ ਜਲੰਧਰ ਪ੍ਰੈਸ ਕਾਨਫਰੰਸ ਸੀ। ਜਲੰਧਰ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਦੀ ਬਾਡੀ ਲੈਂਗੁਏਜ ਤੇ ਬੜਾ ਇਤਰਾਜ਼ ਹੈ। ਪੱਤਰਕਾਰਾਂ ਨੂੰ ਵੀ, ਮੀਡੀਆ ਨੂੰ ਵੀ, ਔਰ ਉਹ ਵੇਖਣ ਵਾਲੇ ਲੋਕਾਂ ਨੇ ਵੀ, ਕਈਆਂ ਨੇ ਇਤਰਾਜ਼ ਕੀਤਾ ਆ। ਸੋਸ਼ਲ ਮੀਡੀਆ ਦੇ ਉੱਤੇ ਤਰ੍ਹਾਂ ਤਰ੍ਹਾਂ ਦੀਆਂ ਪੋਸਟਾਂ ਘੁੰਮ ਰਹੀਆਂ ਨੇ ਜੀ। ਔਰ ਜਿਹੜੇ ਉਹਨਾਂ ਨੇ ਜਵਾਬ ਦਿੱਤੇ ਆ ਉਹਦੇ ਤੇ ਬੜਾ ਖਾਸ ਕਰਕੇ ਇਤਰਾਜ਼ ਜਤਾਇਆ ਜਾ ਰਿਹਾ ਹੈ। ਇਤਰਾਜ਼ ਇਹ ਆ ਕਿ ਜਿਵੇਂ ਉਹਨਾਂ ਨੂੰ ਪੁੱਛਿਆ ਗਿਆ ਕਿ ਕੱਲ ਤੁਸੀਂ ਵਿਸਾਖੀ ਵਾਲੇ ਦਿਨ ਅੰਮ੍ਰਿਤਸਰ ਸਾਹਿਬ ਸੀਗੇ, ਉੱਥੇ ਤੁਸੀਂ ਜਾ ਕੇ ਜਲਿਆਂਵਾਲੇ ਬਾਗ ਨਹੀਂ ਗਏ, ਤਾਂ ਉਹ ਕਹਿਣ ਲੱਗੇ ਕਿ ਤੁਹਾਡੇ ਤੋਂ ਪੁੱਛ ਕੇ ਜਾਣਾ ਹੈ, ਕੁਝ ਇਸ ਤਰ੍ਹਾਂ ਦੀਆਂ ਗੱਲਾਂ। ਕੁਝ ਉਹਨਾਂ ਨੇ ਪੁੱਛਿਆ ਕਿ ਧਰਮਸੋਤ ਬਾਰੇ ਪੁੱਛਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਹਾਈ ਕੋਰਟ ਜਾਂਦੇ ਨਜ਼ਰ ਆਉਣਗੇ ਤੁਹਾਨੂੰ ਬਹੁਤ ਜਲਦੀ। ਉਹ ਕਿਹੜੀ ਬੈਰਕ 'ਚ ਰਹਿਣਾ ਹੈ ਇਹਦੇ ਬਾਰੇ ਗੱਲ ਕਰ ਰਹੇ ਸੀ ਵੀ ਧਰਮਸੋਤ ਉਹਨਾਂ ਨੇ ਕਿਹੜੀ ਬੈਰਕ 'ਚ ਰਹਿਣਾ ਹੈ, ਉਹ ਹਾਈ ਕੋਰਟ ਤੋਂ ਮੰਗ ਕਰਨਗੇ। ਸ਼ਾਇਦ ਬਿਕਰਮ ਸਿੰਘ ਮਜੀਠੀਆ ਤੇ ਵੀ ਤੁਹਾਨੂੰ ਕੱਸ ਰਹੇ ਸੀ ਇਹ ਕਹਿ ਕੇ। ਇਸ ਤਰ੍ਹਾਂ ਦੀਆਂ ਕਈ ਗੱਲਾਂ ਸੀ। ਪਰ ਇੱਕ ਗੱਲ ਬੜੀ ਅੱਜ ਜਿਹੜੀ ਸਾਰਾ ਦਿਨ ਜਿਹੜੀ ਮੀਡੀਆ ਦੇ ਉੱਤੇ ਅਸੀਂ ਦੇਖੀ ਹੈ, ਸੁਣੀ ਹੈ, ਉਹ ਇਹ ਆ ਕਿ ਗਵਰਨਰ ਸਾਹਿਬ ਅੰਮ੍ਰਿਤਸਰ ਦੇ ਜਿਹੜੇ ਸਰਹੱਦੀ ਖੇਤਰ ਆ ਉਸ ਦੌਰੇ ਤੇ ਸੀਗੇ ਪਿਛਲੇ ਦਿਨਾਂ ਦੌਰਾਨ। ਔਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੇ ਚੀਫ ਸੈਕਟਰੀ ਨੂੰ ਕਿਹਾ ਸੀ ਕਿ ਉੱਥੇ ਉਹ ਹਾਜ਼ਰ ਰਹਿਣ, ਜਿਹੜੇ ਮੇਰੇ ਨਾਲ ਰਹਿਣ ਉੱਥੇ। ਪਰ ਚੀਫ ਸੈਕਟਰੀ ਸਾਹਿਬ ਨੇ ਕਹਿੰਦੇ ਚਿੱਠੀ ਲਿਖੀ ਕਿ ਮੈਂ ਮਸਰੂਫ ਹਾਂ, ਮੈਨੂੰ ਰੁਝੇਵੇਂ ਨੇ, ਇਸ ਕਰਕੇ ਮੈਂ ਤੁਹਾਡੇ ਨਾਲ ਉੱਥੇ ਨਹੀਂ ਰਹਿ ਸਕਾਂਗਾ। ਔਰ ਇਹ ਚਰਚਾ ਚੱਲ ਰਹੀ ਹੈ ਕਿ ਦਰਅਸਲ ਇਹਦੇ ਪਿੱਛੇ ਕਾਰਨ ਇਹ ਆ ਕਿ ਪਿਛਲੇ ਦਿਨੀ ਕੇਜਰੀਵਾਲ ਸਾਹਿਬ ਨੇ ਅਧਿਕਾਰੀ ਬੁਲਾਏ ਸੀ, ਚੀਫ ਸੈਕਟਰੀ ਸਾਹਿਬ ਬੁਲਾਏ ਸੀ, ਔਰ ਇਹ ਮੰਗ ਕੀਤੀ ਜਾ ਰਹੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਵੱਲੋਂ ਕਿ ਗਵਰਨਰ ਸਾਹਿਬ ਅਧਿਕਾਰੀਆਂ ਨੂੰ ਬੁਲਾ ਕੇ, ਚੀਫ ਸੈਕਟਰੀ ਨੂੰ ਬੁਲਾ ਕੇ ਉਹਨਾਂ ਨੂੰ ਪੁੱਛਣ ਕਿ ਇਹ ਤੁਸੀਂ ਕੀ ਕਰ ਰਹੇ ਹੋ। ਸ਼ਾਇਦ ਇਹਦੇ ਪਿੱਛੇ ਇੱਕ ਕਾਰਨ ਇਹ ਵੀ ਦੱਸਿਆ ਜਾ ਰਿਹਾ ਆ। ਸੋ ਇਸ ਤਰ੍ਹਾਂ ਦੇ ਮਾਮਲੇ ਨੇ ਜਿਹੜੇ ਪੰਜਾਬ ਲਈ ਥੋੜੇ ਜਿਹੇ ਹਾਸੋਹੀਣੇ ਨੇ, ਜੇ ਜਾਪਦੇ ਨੇ। ਔਰ ਪੰਜਾਬ ਚੋਂ ਬਹੁਤ ਸੰਕਟ ਦੇ ਵਿੱਚ ਆਪਾਂ ਸਾਰੇ ਜਾਣਦੇ ਆ। ਪੰਜਾਬ ਨੂੰ ਸੰਕਟ ਵਿੱਚੋਂ ਕੱਢਣ ਲਈ ਬਹੁਤ ਸਾਰੇ ਯਤਨਾਂ ਦੀ ਲੋੜ ਹੈ। ਇਹ ਵੀ ਕਿਹਾ ਗਿਆ ਕਿ ਤੁਸੀਂ ਅਧਿਕਾਰੀ ਜਿਹੜੇ ਆ ਤੁਹਾਡੇ, ਉਹ ਕੇਜਰੀਵਾਲ ਸਾਹਿਬ ਮੀਟਿੰਗਾਂ ਲੈ ਰਹੇ ਆ, ਉਹ ਕਹਿੰਦੇ ਵੀ ਮੈਂ ਆਪਣੇ ਅਧਿਕਾਰੀਆਂ ਨੂੰ ਜਿੱਥੇ ਮਰਜ਼ੀ ਭੇਜਾਂ, ਭਾਵੇਂ ਇਜ਼ਰਾਈਲ ਭੇਜਾਂ, ਭਾਵੇਂ ਹਿਮਾਚਲ ਭੇਜਾਂ, ਭਾਵੇਂ ਗੁਜਰਾਤ ਭੇਜਾਂ, ਦਿੱਲੀ ਮੈਂ ਖੁਦ ਭੇਜੇ ਸੀ, ਉਹ ਟ੍ਰੇਨਿੰਗ ਲੈਣ ਗਏ ਸੀ। ਅੱਛਾ, ਇਹ ਜਿਹੜੇ ਗੱਲਾਂ ਆ, ਇਹ ਗੱਲਾਂ ਮੁੱਖ ਮੰਤਰੀ ਸਾਹਿਬ ਦੀ ਮੂੰਹ ਚੋਂ ਨਿਕਲੀਆਂ ਜਿਹੜੀਆਂ ਗੱਲਾਂ, ਇਹਨਾਂ ਤੇ ਇਤਰਾਜ਼ ਕੀਤਾ ਗਿਆ ਕਿ ਮੁੱਖ ਮੰਤਰੀ ਸਾਹਿਬ ਨੂੰ ਇਹ ਬਾਡੀ ਲੈਂਗੁਏਜ ਜਾਂ ਇਹ ਜਿਹੜਾ ਬਿਹੇਵੀਅਰ ਆ, ਜਿਹੜਾ ਉਹਨਾਂ ਦਾ ਵਤੀਰਾ ਹੈ, ਇਹ ਜ਼ਿੰਮੇਵਾਰੀ ਵਾਲਾ ਨਹੀਂ। ਇਸ ਤਰ੍ਹਾਂ ਦੇ ਕਿੰਤੂ ਪ੍ਰੰਤੂ ਕੀਤੇ ਜਾ ਰਹੇ ਆ। ਪਰ ਸਭ ਤੋਂ ਪਹਿਲਾਂ ਜਿਹੜੀ ਚੀਫ ਸੈਕਟਰੀ ਦਾ ਮਾਮਲਾ ਜਿਹੜਾ ਹੈਗਾ ਉਹਨੂੰ ਅਸੀਂ ਵਿਚਾਰਾਂਗੇ। ਉਹਦੇ ਬਾਰੇ ਤੁਸੀਂ ਸਾਨੂੰ ਦੱਸੋ ਕਿ ਜੋ ਇਹ ਗੱਲਾਂ ਅਸੀਂ ਸੁਣ ਰਹੇ ਹਾਂ, ਇਹ ਸੰਵਿਧਾਨਕ ਤੌਰ ਤੇ ਕਿੰਨੀਆਂ ਕੁ ਜਾਇਜ਼ ਆ ਕਿ ਇੱਕ ਚੀਫ ਸੈਕਟਰੀ ਰਾਜਪਾਲ ਨੂੰ ਇਸ ਤਰ੍ਹਾਂ ਜਵਾਬ ਭੇਜ ਸਕਦੇ ਆ ਜੀ? ਦੇਖੋ ਇਦਾਂ ਹੈਗਾ ਮਦਨਦੀਪ ਜੀ, ਚੀਫ ਸੈਕਟਰੀ ਜਿਹੜਾ ਹੈਗਾ ਉਹਦੇ ਅੰਡਰ ਸਾਰੇ ਸਟੇਟ ਦੀ ਐਡਮਿਨਿਸਟ੍ਰੇਸ਼ਨ ਹੁੰਦੀ ਹੈ, ਚਾਹੇ ਉਹ ਆਈਏਐਸ ਹੈ, ਚਾਹੇ ਪੀਸੀਐਸ ਹੈ, ਚਾਹੇ ਜਿੰਨੇ ਵੀ ਆਫਿਸਰਸ ਹੈਗੇ ਜੀ। ਉਹਦੀ ਜਵਾਬਦੇਹੀ ਹੈ ਕਿਉਂਕਿ ਉਹ ਸੀਨੀਅਰ ਮੋਸਟ ਬਿਊਰੋਕ੍ਰੇਸੀ ਨੂੰ ਕੰਟਰੋਲ ਕਰਨ ਵਾਲਾ ਆਫਿਸਰ ਹੈ। ਉਧਰ ਗਵਰਨਰ ਸਾਹਿਬ ਕੋਲ ਜਿਹੜਾ ਹੈਗਾ ਇੱਕ ਪ੍ਰਿੰਸੀਪਲ ਸੈਕਟਰੀ ਟੂ ਗਵਰਨਰ ਹੁੰਦਾ ਹੈ, ਚੀਫ ਮਿਨਿਸਟਰ ਕੋਲ ਇੱਕ ਪ੍ਰਿੰਸੀਪਲ ਸੈਕਟਰੀ ਹੁੰਦਾ ਹੈ ਤੇ ਇੱਕ ਚੀਫ ਸੈਕਟਰੀ ਹੁੰਦਾ ਹੈ। ਪ੍ਰਿੰਸੀਪਲ ਸੈਕਟਰੀ ਤੇ ਚੀਫ ਸੈਕਟਰੀ ਇਹ ਆਪਸ ਚ ਲਾਇਜ਼ਨ ਕਰਦੇ ਆ। ਇਸੇ ਤਰੀਕੇ ਦੇ ਨਾਲ ਗਵਰਨਰ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਹੁੰਦਾ ਹੈ ਤੇ ਚੀਫ ਸੈਕਟਰੀ, ਉਹਨਾਂ ਦਾ ਆਫਿਸ ਇੱਕ ਦੂਸਰੇ ਨਾਲ ਤਾਲਮੇਲ ਰੱਖਦੇ ਆ। ਤੇ ਜਿਸ ਵੇਲੇ ਵੀ ਗਵਰਨਰ ਸਾਹਿਬ ਨੇ ਆਪਣੇ ਕੋਈ ਵੀ ਪ੍ਰੋਗਰਾਮ ਕਰਨਾ ਹੈ ਜਾਂ ਕੋਈ ਬੁਲਾਉਣਾ ਹੈ ਤਾਂ ਥਰੂ ਪ੍ਰਿੰਸੀਪਲ ਸੈਕਟਰੀ ਟੂ ਗਵਰਨਰ ਜਿਹੜੀ ਹੈਗੀ ਹੈ ਚਿੱਠੀ ਜਾਏਗੀ, ਤੇ ਗਵਰਨਰ ਸਾਹਿਬ ਆਪ ਤਾਂ ਕਹਿਣ ਜਾਣਗੇ ਨਹੀਂ। ਹੁਣ ਉਹਦੇ ਵਿੱਚ ਹੈਗਾ ਕਿ ਉਹ ਕਿਸ ਵਾਸਤੇ ਬੁਲਾਇਆ ਜਾ ਰਿਹਾ ਹੈ ਤੇ ਉਹਦਾ ਮੰਤਵ ਤੇ ਮਨਸ਼ਾ ਕੀ ਹੈ।
ਅਗਰ ਉਹਨਾਂ ਨੇ ਕਿਹਾ ਕਿ ਤੁਸੀਂ ਮੀਟਿੰਗ ਕਾਲ ਕਰਨੀ ਹੈ, ਮੈਨੇ ਸਾਰੇ ਅਫਸਰਾਂ ਦੀ ਜਾਂ ਚੀਫ ਸੈਕਟਰੀ ਨਾਲ ਮੀਟਿੰਗ ਲੈਣੀ ਹੈ, ਤਾਂ ਘੱਟੋ ਘੱਟ ਚੀਫ ਮਿਨਿਸਟਰ ਆਫਿਸ ਦੀ ਨੋਟਿਸ ਦੇ ਵਿੱਚ ਜ਼ਰੂਰ ਹੁੰਦਾ ਹੈ ਕਿ ਹਾਂ ਵੀ ਚੀਫ ਸੈਕਟਰੀ ਸਾਹਿਬ ਦੀ ਗਵਰਨਰ ਸਾਹਿਬ ਨਾਲ ਮੀਟਿੰਗ ਹੈ ਵਗੈਰਾ ਵਗੈਰਾ। ਹੁਣ ਜਿਹੜਾ ਤੁਸੀਂ ਇਹ ਮਸਲਾ ਉਠਾਇਆ ਹੈ ਕਿ ਉਹਨਾਂ ਨੇ ਕਿਹਾ ਕਿ ਅੰਮ੍ਰਿਤਸਰ ਆਓ ਮੇਰੇ ਨਾਲ, ਮੈਨੂੰ ਨਹੀਂ ਪਤਾ ਕਿ ਪਹਿਲਾਂ ਉਹ ਕੇਜਰੀਵਾਲ ਕੋਲ ਗਏ ਜਾਂ ਪਹਿਲਾਂ ਇਹਨਾਂ ਨੇ ਬੁਲਾਇਆ। ਲੇਕਿਨ ਇੱਕ ਗੱਲ ਜ਼ਰੂਰ ਹੈਗੀ ਹੈ ਕਿ ਮੈਨੇ ਪਹਿਲਾਂ ਵੀ ਕਿਸੇ ਪ੍ਰੋਗਰਾਮ ਦੇ ਵਿੱਚ ਇਹ ਗੱਲ ਕਹੀ ਸੀਗੀ ਕਿ ਕਿਸੇ ਵੀ ਦੂਸਰੇ ਸਟੇਟ ਦੇ ਚੀਫ ਮਿਨਿਸਟਰ ਦਾ ਉਪਚਾਰਕ ਤੌਰ ਤੇ ਕੋਈ ਮੀਟਿੰਗ ਬੁਲਾਉਣਾ ਦੂਸਰੇ ਸਟੇਟ ਦੀ ਬਿਊਰੋਕ੍ਰੇਸੀ ਦਾ, ਉਹ ਜਿਹੜਾ ਐਡਮਿਨਿਸਟ੍ਰੇਟਿਵ ਸਟਰਕਚਰ ਹੈ ਉਹਦੀ ਸਪਿਰਿਟ ਦੇ ਅਗੇਂਸਟ ਹੈ। ਕਿਉਂਕਿ ਦੇਖੋ, ਇੱਕ ਤਾਂ ਹੁੰਦੀ ਹੈ ਟ੍ਰੇਨਿੰਗ ਇੱਕ ਡਿਫਰੈਂਟ ਚੀਜ਼ ਹੈ ਜਿਹੜੀ ਅੱਜ ਉਹਨਾਂ ਨੇ ਕਹੀ ਹੈ ਆਪਣੇ ਭਗਵੰਤ ਮਾਨ ਨੇ, ਟ੍ਰੇਨਿੰਗ ਇੱਕ ਡਿਫਰੈਂਟ ਚੀਜ਼ ਹੈ। ਲੇਕਿਨ ਸੀਐਮ ਅਗਰ ਆਪਣੇ ਆਫਿਸ ਦੇ ਵਿੱਚ ਮੀਟਿੰਗ ਬੁਲਾਉਂਦਾ ਹੈ, ਜਿਹੜਾ ਕਿ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਬੁਲਾਈ ਹੈ, ਤਾਂ ਉਹਦੇ ਪਰ ਨੈਚੁਰਲੀ ਕਿੰਤੂ ਪਰੰਤੂ ਹੋਏਗਾ, ਇਤਰਾਜ਼ ਹੋਏਗਾ। ਔਰ ਅਗਰ ਸਾਡੇ ਚੀਫ ਸੈਕਟਰੀ ਸਾਹਿਬ ਉੱਥੇ ਮੀਟਿੰਗ ਅਟੈਂਡ ਕਰਨ ਜਾਂਦੇ ਹੈ ਤਾਂ ਗਵਰਨਰ ਸਾਹਿਬ ਨਾਲ ਕਿਉਂ ਨਹੀਂ, ਉਹ ਤਾਂ ਸਟੇਟ ਦੇ ਗਵਰਨਰ ਹੈ, ਉਹਨਾਂ ਨੂੰ ਵੀ ਡੈਫੀਨੇਟਲੀ ਉਹ ਮੌਕਾ ਮਿਲੇਗਾ। ਤਾਂ ਉਹਦੇ ਵਿੱਚ ਤੁਸੀਂ ਕਹੋ ਵੀ ਮੈਂ ਤਾਂ ਜੀ ਤੁਹਾਡੀ ਮੀਟਿੰਗ ਤਾਂ ਅਟੈਂਡ ਕਰਾਂਗਾ, ਦੂਸਰਾ ਦੇ ਨਹੀਂ ਕਰਾਂਗਾ, ਉਹਦੇ ਵਿੱਚ ਇੱਕ ਕਨਫਿਊਜ਼ਨ ਕ੍ਰੀਏਟ ਹੋਏਗਾ ਸੀਐਮ ਆਫਿਸ ਦਾ, ਚੀਫ ਸੈਕਟਰੀ ਆਫਿਸ ਦਾ, ਕਿਉਂਕਿ ਇਹ ਜਿਹੜੀਆਂ ਪੋਜੀਸ਼ਨਸ ਹੈਗੀਆਂ, ਇਹ ਪੋਜੀਸ਼ਨਸ ਦੇ ਆਪਣੇ ਇੱਕ ਪ੍ਰੋਟੋਕੋਲ ਹੈ। ਇਹ ਕੋਈ ਇਸ ਤਰ੍ਹਾਂ ਦਾ ਹੁੰਦਾ ਨਹੀਂ ਕਿ ਕੋਈ ਬੰਦਾ ਉੱਠਿਆ ਤੇ ਇਸ ਕਮਰੇ 'ਚ ਨਹੀਂ ਦੂਸਰੇ ਕਮਰੇ 'ਚ ਜਾ ਵੜਿਆ। ਉਹਨਾਂ ਦਾ ਇੱਕ ਪੂਰਾ ਹਰ ਚੀਜ਼ ਉਪਚਾਰਕ ਰੂਪ ਦੇ ਵਿੱਚ ਚੱਲਦੀ ਹੈ। ਤਾਂ ਮੈਂ ਇਹ ਗੱਲ ਕਹਿਣੀ ਹੈ ਕਿ ਅਗਰ ਗਵਰਨਰ ਸਾਹਿਬ ਨੇ ਇਹ ਗੱਲ ਚੀਫ ਸੈਕਟਰੀ ਨੂੰ ਕਹੀ, ਚੀਫ ਸੈਕਟਰੀ ਨੇ ਕਿਹਾ ਸੀਐਮ ਦੇ ਨੋਟਿਸ ਦੇ ਵਿੱਚ ਇਹ ਗੱਲ ਲਿਆਂਦੀ ਕਿ ਗਵਰਨਰ ਸਾਹਿਬ ਇਸ ਤਰ੍ਹਾਂ ਮੈਨੂੰ ਲਿਜਾਣਾ ਚਾਹੁੰਦੇ ਆ, ਕਿਉਂਕਿ ਜਿੰਨੀ ਸਟੇਟ ਦੀ ਬਿਊਰੋਕ੍ਰੇਸੀ ਹੈ ਉਹਦੇ ਉੱਪਰ ਫਿਰ ਅੱਗੇ ਸੀਐਮ ਜਿਹੜਾ ਹੈਗਾ ਜਾਂ ਕਾਉਂਸਲ ਆਫ ਮਿਨਿਸਟਰਸ ਹੈ, ਉਹ ਆਪਣੇ ਆਪਣੇ ਬਿਊਰੋਕਰੇਟਸ ਨੂੰ ਕੋਈ ਵੀ ਆਦੇਸ਼ ਦਿੰਦੀ ਹੈ, ਆਪਣਾ ਜਿਹੜਾ ਪੋਲੀਟੀਕਲ ਏਜੰਡਾ ਹੈ ਕਾਨੂੰਨ ਦੇ ਅਨੁਸਾਰ ਉਹਨੂੰ ਲਾਗੂ ਕਰਨ ਦੀ ਕੋਸ਼ਿਸ਼ ਕਰਦੀ ਹੈ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ। ਤੇ ਅਗਰ ਚੀਫ ਸੈਕਟਰੀ ਜਿਹੜੇ ਹੈਗੇ, ਜਿਹੜਾ ਕਿ ਓਵਰਆਲ ਇੰਚਾਰਜ ਹੈ ਸਾਰੇ ਬਿਊਰੋਕ੍ਰੈਟਿਕ ਸਟਰਕਚਰ ਦੇ, ਸਾਰੇ ਐਡਮਿਨਿਸਟ੍ਰੇਟਿਵ ਸਟਰਕਚਰ ਦੇ, ਅਗਰ ਉਹਨਾਂ ਨੂੰ ਕਦੇ ਗਵਰਨਰ ਖਿੱਚੀ ਫਿਰੂਗਾ, ਕਦੇ ਦੂਸਰਾ ਸੀਐਮ ਜਿਹੜਾ ਹੈਗਾ ਉਹ ਕਹੇਗਾ ਤੁਸੀਂ ਇੱਥੇ ਭੇਜੋ, ਸਾਡਾ ਸੀਐਮ ਕਹੇ ਨਹੀਂ ਤੁਸੀਂ ਉੱਧਰ ਜਾਣਾ, ਤਾਂ ਉਹ ਵਿਚਾਰਾ ਵਿਚਾਲੇ ਫਸ ਜਾਊਗਾ। ਤਾਂ ਉਹਦੇ ਨਾਲ ਜਿਹੜਾ ਹੈਗਾ ਤੁਹਾਡੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ ਉਹਦੇ ਪਰ ਉਹਦਾ ਫਰਕ ਪਏਗਾ। ਇਸ ਕਰਕੇ ਮੇਰਾ ਮੰਨਣਾ ਹੈਗਾ ਕਿ ਇਹ ਚੀਜ਼ ਬਿਲਕੁਲ ਕਲੀਅਰ ਹੋ ਜਾਣੀ ਚਾਹੀਦੀ ਹੈ। ਸੀਐਮ ਸਾਹਿਬ ਨਾਲ ਵੀ ਹੋ ਸਕਦਾ ਹੈ ਸੀਐਮ ਸਾਹਿਬ ਨੂੰ ਇਸ ਚੀਜ਼ ਦਾ ਇੰਨਾ ਅੰਦਾਜ਼ਾ ਨਾ ਹੋਵੇ, ਕਿਉਂਕਿ ਬੜੇ ਸੈਂਸਿਟਿਵ ਮੈਟਰਸ ਹੁੰਦੇ ਆ। ਔਰ ਬਿਊਰੋਕ੍ਰੇਸੀ ਜਿਹੜੀ ਹੈਗੀ ਹੈ, ਮੈਂ ਪਹਿਲਾਂ ਵੀ ਕਿਹਾ ਸੀਗਾ, ਉਹਨਾਂ ਦੀ ਆਪਣੀ ਇੱਕ ਮਰਿਆਦਾ ਹੁੰਦੀ ਹੈ, ਉਹਨੂੰ ਕੰਟਰੋਲ ਵੀ ਰੱਖਦੇ ਆ ਔਰ ਆਪਣੀ ਜਿਹੜੀ ਉਹਨਾਂ ਦੀ ਸਪੇਸ ਹੈ ਉਹਨੂੰ ਹੌਲੀ ਹੌਲੀ ਛੇਤੀ ਉਹ ਦੂਸਰੇ ਨੂੰ ਨਹੀਂ ਦਿੰਦੇ, ਉਹਨੂੰ ਪੂਰੀ ਹਿਫਾਜ਼ਤ ਕਰਦੇ ਆ ਉਹਦੀ। ਔਰ ਅਗਰ ਇਸ ਤਰ੍ਹਾਂ ਦੀਆਂ ਚੀਜ਼ਾਂ ਚੱਲਦੀਆਂ ਰਹੀਆਂ ਤਾਂ ਬਿਊਰੋਕ੍ਰੇਸੀ ਵਾਸਤੇ ਜਿਹੜਾ ਹੈਗਾ ਕਾਫੀ ਮੁਸ਼ਕਿਲ ਹੋ ਜਾਏਗਾ ਇਨ ਫਿਊਚਰ ਆਲਸੋ। ਜੀ, ਇਹ ਕਿਹਾ ਜਾ ਰਿਹਾ ਹੈ ਕਿ ਜੇ ਇਸੇ ਤਰ੍ਹਾਂ ਦਾ ਵਰਤਾਰਾ ਰਿਹਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੀਐਮ ਆਫਿਸ ਔਰ ਗਵਰਨਰ ਆਫਿਸ ਜਿਹੜਾ ਹੈ ਇਹ ਆਪਸ ਵਿੱਚ ਟਕਰਾਉਣਗੇ ਔਰ ਇਹਦਾ ਨਤੀਜਾ ਇਹ ਨਿਕਲੇਗਾ ਕਿ ਜਿਹੜੇ ਗਵਰਨਰ ਤੱਕ ਕੰਮ ਹੈ ਰਾਜ ਨੂੰ, ਸਟੇਟ ਨੂੰ, ਕਈ ਕਾਨੂੰਨ ਬਣਨੇ ਅੱਗੇ ਜਾ ਕੇ, ਕਈ ਤਰ੍ਹਾਂ ਦੇ ਹੋਰ ਜਿਹੜੇ ਮਸੌਦੇ ਨੇ, ਕਈ ਤਰ੍ਹਾਂ ਦੇ ਆਰਡੀਨੈਂਸ ਹੈਗੇ ਆ ਜਿਹਨਾਂ ਉੱਤੇ ਜਾ ਕੇ ਗਵਰਨਰ ਤੇ ਹਸਤਾਖਰ ਹੋਣੇ ਆ। ਇਹ ਕਿਹਾ ਜਾ ਰਿਹਾ ਹੈ ਕਿ ਉਹਨਾਂ ਵਿੱਚ ਕਾਫੀ ਸਾਰੀ ਮੁਸ਼ਕਲ ਆ ਸਕਦੀ ਹੈ ਜਿਹਦੇ ਨਾਲ ਸੂਬੇ ਦਾ ਨੁਕਸਾਨ ਹੋਏਗਾ। ਇਹ ਟਕਰਾਅ ਦੇਖੋ ਮਦਨਦੀਪ ਜੀ, ਗੱਲ ਹੈਗੀ ਹੈ, ਆਪਾਂ ਹੋਰ ਸਟੇਟਾਂ 'ਚ ਵੀ ਦੇਖ ਰਹੇ ਹਾਂ ਟਕਰਾਅ ਚੱਲ ਰਿਹਾ ਜੀ। ਔਰ ਇਹ ਜਿਹੜਾ ਟਕਰਾਅ ਹੈ ਗਵਰਨਰ ਦਾ, ਅਗਰ ਗਵਰਨਰ ਆਪਣੀ ਐਕਟਿਵਿਜ਼ਮ ਸ਼ੋ ਕਰਦਾ ਹੈ ਜੀ, ਜਿਹੜਾ ਕਿ ਗਵਰਨਰ ਕੋਈ ਪੋਲੀਟੀਕਲੀ ਐਕਟਿਵ ਬੰਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜਿਹੜਾ ਗਵਰਨਰ ਹੈ ਉਹ ਡੈਮੋਕ੍ਰੈਟਿਕਲੀ ਇਲੈਕਟਿਡ ਨਹੀਂ ਹੈ। ਗਵਰਨਰ ਇੱਕ ਅਪੁਆਇੰਟਡ ਹੈ, ਉਹਦੇ ਕੋਲ ਜਿਹੜੀ ਪੋਸਟ ਹੈ ਉਹ ਕਨਸਟੀਟਿਊਸ਼ਨਲ ਪੋਜੀਸ਼ਨ ਹੈ, ਸੰਵਿਧਾਨਕ ਪਦ ਹੈ। ਇਹ ਕੋਈ ਲੋਕਾਂ ਦੇ ਐਕਟਿਵਿਜ਼ਮ ਦੇ ਵਿੱਚੋਂ ਨਹੀਂ ਹੈ। ਲੇਕਿਨ ਅਗਰ ਗਵਰਨਰ ਸੈਂਟਰ ਦੇ ਇਸ਼ਾਰੇ ਤੇ, ਕੋਈ ਵੀ ਗਵਰਨਰ ਹੋਵੇ ਇਨਕਲੂਡਿੰਗ ਪੰਜਾਬ ਗਵਰਨਰ, ਸੈਂਟਰ ਦੇ ਇਸ਼ਾਰੇ ਤੇ ਅਗਰ ਕੋਈ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹੈ ਤਾਂ ਡੈਫੀਨੇਟਲੀ ਸੀਐਮ ਆਫਿਸ ਤੇ ਗਵਰਨਰ ਆਫਿਸ ਦੇ ਵਿੱਚ ਇੱਕ ਤਣਾਅ ਹੋਏਗਾ, ਚਿੱਠੀਆਂ ਭੇਜੀਆਂ ਜਾਣਗੀਆਂ, ਕਾਊਂਟਰ ਹੋਏਗਾ। ਔਰ ਉਹਦੇ ਵਿੱਚੋਂ ਜਿਹੜੀ ਤੁਸੀਂ ਗੱਲ ਕਹੀ ਹੈ ਕਿ ਫਾਈਲਾਂ ਰੁਕਣਗੀਆਂ,
ਫਾਈਲਾਂ ਦੇ ਉੱਪਰ ਅਨਨੈਸੈਸਰੀ ਆਬਜੈਕਸ਼ਨ ਲੱਗਣਗੇ, ਜਿਹਦੇ ਨਾਲ ਕਈ ਡਿਵੈਲਪਮੈਂਟ ਦੇ ਕੰਮ ਵੀ ਰੁਕ ਸਕਦੇ ਆ। ਕਈ ਜਿਹੜੇ ਹੈਗੇ ਆ ਜਿਵੇਂ ਕਾਨੂੰਨ ਬਣਦੇ ਆ, ਅਧਿਆਦੇਸ਼ ਜਾਰੀ ਹੁੰਦੇ ਆ, ਜਾਂ ਕੋਈ ਇਸ ਤਰ੍ਹਾਂ ਦੇ ਰੈਜ਼ੋਲੂਸ਼ਨਸ ਵਿਧਾਨ ਸਭਾ ਦੁਆਰਾ ਪਾਸ ਹੁੰਦੇ ਆ, ਉਹ ਗਵਰਨਰ ਕੋਲ ਜਾ ਕੇ ਅਟਕ ਜਾਣ। ਗਵਰਨਰ ਮੱਲੋ ਮੱਲੀ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਸੈਂਟਰ ਦੇ ਹਵਾਲੇ ਕਰੀ ਚੱਲੇ, ਕਹਿੰਦੇ ਜੀ ਮੈਂ ਤਾਂ ਰਾਸ਼ਟਰਪਤੀ ਤੋਂ ਅਪਰੂਵਲ ਲੈ ਕੇ ਕਰੂੰਗਾ, 6 ਮਹੀਨੇ ਉਹ ਚਲਾਂਗੇ, ਤਾਂ ਕਾਫੀ ਜਿਹੜਾ ਹੈਗਾ ਜਿਹਨੂੰ ਆਪਾਂ ਕਹਿੰਦੇ ਆ ਕੜਮੱਸ ਮੱਚ ਸਕਦਾ ਗਵਰਨਰ ਆਫਿਸ ਤੇ ਸੀਐਮ ਆਫਿਸ ਦੇ ਵਿੱਚ। ਇਸ ਚੀਜ਼ ਨੂੰ ਸਟੇਟ ਦੇ ਬੈਸਟ ਇੰਟਰਸਟ ਦੇ ਵਿੱਚ ਅਵੋਇਡ ਕਰਨਾ ਚਾਹੀਦਾ, ਔਰ ਗਵਰਨਰ ਸਾਹਿਬ ਨੂੰ ਤਾਂ ਖਾਸ ਤੌਰ ਤੇ। ਲੇਕਿਨ ਅਗਰ ਗਵਰਨਰ ਸਾਹਿਬ ਇੰਨੇ ਜ਼ਿਆਦਾ ਐਕਟਿਵ ਹੈ ਤਾਂ ਸੀਐਮ ਨੂੰ ਇਹਦਾ ਸੰਗਿਆਨ ਹੋਮ ਮਿਨਿਸਟਰੀ ਨੂੰ ਲਿਆਉਣਾ ਚਾਹੀਦਾ ਔਰ ਸੈਂਟਰ ਗਵਰਨਮੈਂਟ ਨੂੰ ਲਿਆਉਣਾ ਚਾਹੀਦਾ। ਅਗਰ ਸੈਂਟਰ ਗਵਰਨਮੈਂਟ ਦਾ ਇਸ਼ਾਰਾ ਹੈ ਤਾਂ ਫਿਰ ਤੁਸੀਂ ਕੁਝ ਨਹੀਂ ਕਰ ਸਕਦੇ, ਫਿਰ ਤਾਂ ਗਵਰਨਰ ਜਿਹੜਾ ਹੈਗਾ ਉਹ ਕਰੇਗਾ ਜੋ ਇਸ਼ਾਰਾ ਉਹਨੂੰ ਮਿਲ ਰਿਹਾ, ਉਹਦੇ ਨਾਲ ਤਣਾਅ ਹੋਣਾ ਹੀ ਹੋਣਾ। ਆਪਾਂ ਵੈਸਟ ਬੰਗਾਲ ਦੇ ਵਿੱਚ ਦੇਖ ਰਹੇ ਹਾਂ, ਕੇਰਲਾ 'ਚ ਦੇਖ ਰਹੇ ਹਾਂ, ਮਹਾਰਾਸ਼ਟਰ 'ਚ ਦੇਖ ਰਹੇ ਹਾਂ। ਉਹ ਕਿਉਂਕਿ ਜਿਹੜੇ ਗਵਰਨਰ ਅਪੁਆਇੰਟ ਹੁੰਦੇ ਆ ਮੈਕਸਿਮਮ ਤੁਹਾਡੇ ਕੇਡਰ ਦੇ ਬੰਦੇ ਹੁੰਦੇ ਆ ਜੀ, ਉਹਨਾਂ ਨੇ ਤੁਹਾਡੀ ਆਈਡੀਓਲੋਜੀ ਵੀ ਅੱਗੇ ਵਧਾਉਣੀ ਹੈ, ਔਰ ਤੁਹਾਡੀ ਜਿਹੜੀ ਹੈਗੀ ਹੈ ਸਰਕਾਰ ਜਿਹੜੀ ਕੇਂਦਰ ਦੇ ਵਿੱਚ ਹੈ, ਕਿਉਂਕਿ ਉਹਨਾਂ ਉਹੀ ਉੱਤਰਦਾਈ ਹੁੰਦੇ ਆ, ਜਵਾਬਦੇਹ ਹੁੰਦੇ ਆ। ਇਸ ਕਰਕੇ ਉਹਨਾਂ ਨੂੰ ਇਗਨੋਰ ਨਹੀਂ ਕਰ ਸਕਦੇ, ਕਿਉਂਕਿ ਉਹਨਾਂ ਨੂੰ ਆਪਣੀ ਨੌਕਰੀ ਪਿਆਰੀ ਹੈ। ਤਾਂ ਉਹ ਚੀਜ਼ਾਂ ਜਿਹੜੀਆਂ ਹੈਗੀਆਂ ਉਹ ਗਵਰਨਰ ਤੇ ਸੀਐਮ ਵਾਸਤੇ ਔਰ ਸਟੇਟ ਵਾਸਤੇ ਖਾਸ ਤੌਰ ਆਮ ਤੌਰ ਪਰ ਫਿਰ ਇਹ ਸਿਚੁਏਸ਼ਨ ਸਫਰ ਕੌਣ ਕਰੇਗਾ? ਸਟੇਟ ਦੇ ਲੋਕ ਸਫਰ ਕਰਨਗੇ। ਡਾਕਟਰ ਸਾਹਿਬ, ਮੈਂ ਤਾਂ ਮੁਸਕਰਾ ਰਿਹਾ ਸੀ ਜਦ ਤੁਸੀਂ ਕਿਹਾ ਕਿ ਹੋਮ ਮਿਨਿਸਟਰੀ ਦੇ ਨੋਟਿਸ ਵਿੱਚ ਇਹ ਗੱਲ ਲਿਆਉਣੀ ਚਾਹੀਦੀ ਹੈ। ਹੋ ਸਕਦਾ ਹੈ ਕਿ ਹੋਮ ਮਿਨਿਸਟਰੀ ਦੇ ਇਸ਼ਾਰੇ ਦੀ, ਵੈਸੇ ਤਾਂ ਮੈਨੂੰ ਲੱਗਦਾ ਹੈ ਆਪਣੇ ਆਪ ਗਵਰਨਰ ਸਾਹਿਬ ਇਸ ਤਰ੍ਹਾਂ ਦੇ ਕੰਮ ਕਰਨ ਦੇ ਸਮਰੱਥ ਨਹੀਂ ਹੁੰਦੀ, ਪਰ ਇਹ ਕਿਤੇ ਨਾ ਕਿਤੇ ਲੱਗਦਾ ਹੈ ਕਿ ਕੇਂਦਰ ਵੱਲੋਂ ਇਹ ਇਸ਼ਾਰਾ ਹੈ। ਲੇਕਿਨ ਇਹਦੇ ਨਾਲ ਇੱਕ ਜਿਹੜਾ ਪ੍ਰਭਾਵ ਡਾਕਟਰ ਸਾਹਿਬ ਪੈ ਰਿਹਾ ਪੰਜਾਬ ਦੇ ਅੰਦਰ, ਉਹ ਇਹ ਪੈ ਰਿਹਾ ਹੈ ਕਿ ਜਿਵੇਂ ਜੰਮੂ ਕਸ਼ਮੀਰ ਦੇ ਅੰਦਰ ਜੋ ਕੁਝ ਹੋ ਰਿਹਾ ਹੈ, ਜੋ ਕੁਝ ਚੰਡੀਗੜ੍ਹ ਦੇ ਅੰਦਰ ਹੋ ਰਿਹਾ ਹੈ, ਇਸ ਤਰ੍ਹਾਂ ਦਾ ਪ੍ਰਭਾਵ ਜਾ ਰਿਹਾ ਗਵਰਨਰ ਸਾਹਿਬ ਦੇ ਵਤੀਰੇ ਤੋਂ ਕਿ ਉਹ ਪੰਜਾਬ ਦੇ ਉੱਪਰ ਹੌਲੀ ਹੌਲੀ ਕਰਕੇ ਉਸੇ ਤਰ੍ਹਾਂ ਦਾ ਪ੍ਰਭਾਵ ਆਪਣਾ ਜਿਹੜਾ ਹੈਗਾ ਉਹ ਬਣਾਉਣਾ ਚਾਹੁੰਦੇ ਆ, ਤੇ ਲੋਕਾਂ ਨੂੰ ਇਸ ਵਿਸ਼ਵਾਸ ਵਿੱਚ ਲੈਣਾ ਚਾਹੁੰਦੇ ਹੈ ਕਿ ਤੁਹਾਡੇ ਕੰਮ ਗਵਰਨਰ ਕਰਦਾ ਨਾ ਕਿ ਮੁੱਖ ਮੰਤਰੀ ਕਰਦਾ ਜੀ। ਦੇਖੋ ਏਦਾਂ ਹੈਗਾ ਕਿ ਤੁਹਾਡੀ ਗੱਲ ਠੀਕ ਹੋ ਸਕਦੀ ਹੈ, ਲੇਕਿਨ ਲੋਕਾਂ ਦੇ ਪ੍ਰਤੀਨਿਧੀਆਂ ਨੂੰ ਬਿਲਕੁਲ ਪਾਸੇ ਕਰਕੇ ਗਵਰਨਰ ਨੂੰ ਹੀ ਸਟੇਟ ਚਲਾਉਣ ਦੀ ਕੋਸ਼ਿਸ਼ ਕਰਨੀ ਜਿਹੜੀ ਹੈਗੀ ਹੈ ਉਹ ਨਾ ਲੋਕਾਂ ਨੂੰ ਹਜ਼ਮ ਹੋਣੀ ਹੈ, ਨਾ ਪੋਲੀਟੀਕਲ ਕਲਾਸ ਨੂੰ ਹਜ਼ਮ ਹੋਣੀ ਹੈ, ਚਾਹੇ ਉਹ ਰੂਲਿੰਗ ਕਲਾਸ ਹੋਵੇ ਚਾਹੇ ਆਪੋਜੀਸ਼ਨ ਕਲਾਸ ਹੋਵੇ। ਅਲਟੀਮੇਟਲੀ ਉਹ ਸਾਰੇ ਜਿਹੜੇ ਹੈਗੇ ਆ ਉਹ ਇਸ ਚੀਜ਼ ਨੂੰ ਵਾਚ ਕਰ ਰਹੇ ਹੈ ਕਿ ਗਵਰਨਰ ਕਿਸ ਤਰੀਕੇ ਦੇ ਨਾਲ ਬਿਹੇਵ ਕਰਦਾ ਹੈ। ਅਗਰ ਗਵਰਨਰ ਨੂੰ, ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀਗਾ, ਕਈ ਵਾਰ ਗਵਰਨਰ ਨੂੰ ਆਦੇਸ਼ ਹੀ ਦੇ ਕੇ ਭੇਜਿਆ ਜਾਂਦਾ ਸੈਂਟਰ ਵੱਲੋਂ ਜਾਂ ਉਹਨਾਂ ਦੇ ਬੌਸਸ ਵੱਲੋਂ ਕਿ ਤੁਸੀਂ ਸਟੇਟ ਨੂੰ ਜਾ ਕੇ ਡੀਸਟੇਬਲਾਈਜ਼ ਕਰਨਾ ਹੈ, ਤਾਂ ਕਿ ਔਰ ਅੰਗਰੇਜ਼ੀ ਚ ਕਹਿੰਦੇ ਹੈ ਗਿਵ ਦਾ ਡੌਗ ਏ ਬੈਡ ਨੇਮ ਬਿਫੋਰ ਟੂ ਸ਼ੂਟ ਇਟ। ਤਾਂ ਉਹ ਇੱਕ ਬਹਾਨਾ ਲੱਭਣਾ ਹੁੰਦਾ। ਉਹ ਬਹਾਨਾ ਹੈਗਾ ਵੀ ਪਹਿਲਾਂ ਤੁਸੀਂ ਕਹੋ ਵੀ ਦੇਖੋ ਜੀ ਇਹ ਤਾਂ ਨਲਾਇਕ ਹੈ, ਇਹਨਾਂ ਤੋਂ ਕੁਝ ਹੋ ਨਹੀਂ ਰਿਹਾ, ਇਸ ਕਰਕੇ ਅਸੀਂ ਸਭ ਕੁਝ ਕਰਾਂਗੇ, ਅੱਗੇ ਨੂੰ ਜ਼ਮੀਨ ਆਪਣੀ ਤਿਆਰ ਕਰਨੀ ਸੈਂਟਰ ਦੇ ਇਸ਼ਾਰੇ ਤੇ। ਇਹ ਹੁੰਦਾ ਰਹਿੰਦਾ। ਅਗਰ ਇਸ ਤਰ੍ਹਾਂ ਹੁੰਦਾ ਰਹਿੰਦਾ, ਬਹੁਤ ਵਾਰ ਇਸ ਤਰ੍ਹਾਂ ਹੋਇਆ ਸਟੇਟ ਨੂੰ ਜਾਂ ਸਟੇਟ ਦੀ ਜਿਹੜੀ ਸੀਐਮ ਦੇ ਜਿਹੜੀ ਹੈਗੀ ਹੈ ਅਥਾਰਟੀ ਹੈ ਉਹਨੂੰ ਚੈਲੰਜ ਕਰਨਾ, ਇਹ ਸਾਰਾ ਕੁਝ ਹੁੰਦਾ ਹੈ। ਇਸੇ ਕਰਕੇ ਮਦਨਦੀਪ ਜੀ, ਸਾਡੇ ਸੰਵਿਧਾਨ ਦੇ ਵਿੱਚ ਸਭ ਤੋਂ ਕੰਟਰੋਵਰਸ਼ੀਅਲ ਅਗਰ ਕੋਈ ਪੋਜੀਸ਼ਨ ਹੈ ਗਵਰਨਰ ਦੀ ਪੋਜੀਸ਼ਨ ਹੈ, ਕਿਉਂਕਿ ਉਹ ਲੋਕਾਂ ਦਾ ਪ੍ਰਤੀਨਿਧੀ ਨਾ ਹੋਣ ਦੇ ਬਾਵਜੂਦ, ਲੋਕਾਂ ਦੇ ਪ੍ਰਤੀ ਕੋਈ ਉੱਤਰਦਾਇਤਵ ਨਾ ਹੋਣ ਦੇ ਬਾਵਜੂਦ ਵੀ ਉਹ ਕਹਿੰਦਾ ਹੈ ਵੀ ਮੈਂ ਸਾਰੀਆਂ ਪਾਵਰਾਂ ਦਾ ਇਸਤੇਮਾਲ ਕਰਾਂ। ਉਹ ਜਿਹੜਾ ਹੈਗਾ ਉਹ ਸਾਡੇ ਲੋਕਤੰਤਰਿਕ, ਖਾਸ ਤੌਰ ਤੇ ਜਿਹੜੀ ਸਾਡੇ ਪਾਰਲੀਮੈਂਟਰੀ ਸਪਿਰਿਟ ਹੈ ਉਹਦੇ ਅਗੇਂਸਟ ਹੈ। ਡਾਕਟਰ ਸਾਹਿਬ, ਜਦੋਂ ਆਪਾਂ ਇਹ ਗੱਲ ਸੁਣ ਰਹੇ ਹਾਂ, ਇਹ ਚਿੱਠੀ ਦਾ ਜ਼ਿਕਰ ਹੋ ਰਿਹਾ ਕਿ ਜਿਹੜਾ ਗਵਰਨਰ ਨੂੰ ਜਵਾਬ ਦਿੱਤਾ ਗਿਆ, ਕਿਉਂਕਿ ਗਵਰਨਰ ਨੇ ਕਿਹਾ ਸੀ ਕਿ ਮੇਰੇ ਦੌਰੇ ਦੇ ਨਾਲ ਚੀਫ ਸੈਕਟਰੀ ਮੇਰੇ ਨਾਲ ਰਹਿਣਗੇ। ਜਦੋਂ ਉਹ ਸਿੱਧਾ ਚੀਫ ਸੈਕਟਰੀ ਨੂੰ ਕੋਈ ਆਰਡਰ ਨਹੀਂ ਕਰ ਸਕਦੇ, ਸਿਰਫ ਸੀਐਮ ਆਰਡਰ ਕਰ ਸਕਦੇ ਆ ਜਾਂ ਕੈਬਨਿਟ ਆਰਡਰ ਕਰ ਸਕਦੀ ਹੈ, ਤਾਂ ਗਵਰਨਰ ਨੇ ਚੀਫ ਸੈਕਟਰੀ ਤੋਂ ਕੀ ਕਰਾਉਣਾ ਸੀ? ਲੋਕਾਂ ਦੇ ਵਿੱਚ ਲਿਜਾ ਕੇ, ਪਿੰਡਾਂ ਦੇ ਇਸ ਦੌਰੇ ਤੇ, ਸਰਹੱਦੀ ਪਿੰਡਾਂ ਦੇ ਦੌਰੇ ਦੇ ਵਿੱਚ ਲਿਜਾ ਕੇ ਚੀਫ ਸੈਕਟਰੀ ਤੋਂ ਕੀ ਕਰਾਉਣਾ ਸੀ?
देखो पहला तो ये देखना पड़ेगा कि क्या गवर्नर साहब सीएम ਦੀ सीएम ਨੂੰ ਪੁੱਛ ਕੇ ਜਾਂ सीएम ਨੂੰ ਇਨਫੋਰਮ ਕਰਕੇ ਜਾ ਰਹੇ ਹੈ ਜਾਂ सीएम ਦੀ ਕੰਕਰੈਂਸ ਹੈ ਉਹਦੇ ਵਿੱਚ ਨਹੀਂ ਹੈ ਜਾਂ सीएम ਆਫਿਸ ਨੇ ਉਹਨਾਂ ਨੂੰ ਰੋਕਿਆ ਕਿਉਂਕਿ ਦੇਖੋ ਰਾਸ਼ਟਰਪਤੀ ਨੇ ਕਿਤੇ ਵੀ ਜਾਣਾ ਹੋਵੇ ਉਹਦੀ ਕਲੀਅਰੈਂਸ ਹੋਮ ਮਿਨਿਸਟਰੀ ਵੱਲੋਂ ਹੁੰਦੀ ਹੈ ਚਾਹੇ ਉਹ ਵਿਦਿਨ ਦਾ ਕੰਟਰੀ ਹੋਵੇ ਚਾਹੇ ਆਊਟਸਾਈਡ ਦਾ ਕੰਟਰੀ ਹੋਵੇ पीएम ऑफिस या होम मिनिस्ट्री ਜਿਹੜਾ ਹੈਗਾ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਇੰਤਜ਼ਾਮ ਸਾਰੇ ਕਰਨੇ ਹੁੰਦੇ ਆ ਕਿਉਂਕਿ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਉਹਨਾਂ ਨੂੰ ਉਹ ਪ੍ਰੋਟੋਕੋਲ ਵੀ ਪ੍ਰੋਵਾਈਡ ਕਰਨਾ ਹੁੰਦਾ ਹੈ ਔਰ ਅਗਰ ਇਹ ਸਾਰੀਆਂ ਚੀਜ਼ਾਂ ਅਗੇਂਸਟ ਦਾ ਸੀਐਮਸ ਵਿਲ ਜਾਂ ਉਹਨੂੰ ਲਾਂਭੇ ਰੱਖ ਕੇ ਸਾਈਡ ਤੇ ਰੱਖ ਕੇ ਉਹਦੀ ਮਰਜ਼ੀ ਦੇ ਖਿਲਾਫ ਹੋਏਗਾ ਤਾਂ ਉਹਦੇ ਚੋਂ ਪ੍ਰੋਟੋਕੋਲ ਵੀ ਭੰਗ ਹੋ ਸਕਦੀ ਹੈ ਕਿਤੇ ਔਰ ਤਣਾਅ ਵੀ ਵੱਧ ਸਕਦਾ ਹੈ ਇਸ ਕਰਕੇ ਇਹ ਜਿਹੜਾ ਇਹ ਸਰਹੱਦੀ ਉਹਦੇ ਵਿੱਚ ਜਾਣਾ ਜਾਂ ਪੋਲੀਟੀਕਲ ਬਿਆਨਬਾਜ਼ੀ ਕਰਨਾ ਉਹ ਗਵਰਨਰ ਦੀ ਜਿਹੜੀ ਕਨਸਟੀਟਿਊਸ਼ਨਲ ਪੋਜੀਸ਼ਨ ਹੈ ਉਹਨੂੰ ਸ਼ੋਭਾ ਨਹੀਂ ਦਿੰਦਾ ਨਹੀਂ ਮੈਂ ਇਹ ਸਵਾਲ ਤਾਂ ਕੀਤਾ ਹੈ ਕਿ ਵਿਰੋਧੀ ਧਿਰਾਂ ਆਲੋਚਨਾ ਕਰ ਰਹੀ ਹੈ ਕਿ ਮੁੱਖ ਮੰਤਰੀ ਦੀ ਥਾਂ ਤੇ ਗਵਰਨਰ ਐਕਟਿਵ ਨੇ ਪੰਜਾਬ ਦੇ ਵਿੱਚ ਔਰ ਜੇ ਗਵਰਨਰ ਸਾਹਿਬ ਨੇ ਹੀ ਚੀਫ ਸੈਕਟਰੀ ਨੂੰ ਕੰਮ ਕਹਿਣੇ ਆ ਤਾਂ ਸੀਐਮ ਦਾ ਜਿਹੜਾ ਪਦ ਹੈ ਸੀਐਮ ਦੀ ਜਿਹੜੀ ਗਰਮਾ ਜਿਹਨੂੰ ਅਸੀਂ ਕਹਿੰਦੇ ਆ ਸੀਐਮ ਦਾ ਜਿਹੜਾ ਕੱਦ ਕਾਠ ਹੈ ਉਹ ਤਾਂ ਡਿੱਗਦਾ ਹੈ ਨਾ ਇਹਦੇ ਨਾਲ ਦੇਖੋ ਮਦਨਦੀਪ ਜੀ ਗੱਲ ਇਹ ਹੈ ਵੀ ਇਸ ਲੈਵਲ ਤੇ ਜਾ ਕੇ ਇੰਡੀਵਿਜੂਅਲਸ ਮੈਟਰ ਨਹੀਂ ਕਰਦੇ ਪੋਜੀਸ਼ਨਸ ਮੈਟਰ ਕਰਦੀ ਜੀ ਇੱਕ ਪਾਸੇ ਗਵਰਨਰ ਦੀ ਪੋਜੀਸ਼ਨ ਹੈ ਇੱਕ ਪਾਸੇ ਸੀਐਮ ਦੀ ਪੋਜੀਸ਼ਨ ਹੈ ਜੀ ਸੀਐਮ ਦੀ ਪੋਜੀਸ਼ਨ ਦੀ ਆਪਣੀ ਮਰਿਆਦਾ ਹੈਗੀ ਹੈ ਗਵਰਨਰ ਦੀ ਪੋਜੀਸ਼ਨ ਦੀ ਆਪਣੀ ਮਰਿਆਦਾ ਜੀ ਅਗਰ ਉਹ ਆਪਣੀ ਮਰਿਆਦਾ ਨੂੰ ਤੋੜ ਕੇ ਕੋਈ ਇਸ ਤਰ੍ਹਾਂ ਦਾ ਅੰਨ੍ਹੇਵਾਹ ਗੱਲ ਕਰਦੇ ਹੈ ਉਹ ਸੰਵਿਧਾਨ ਦੇ ਅਗੇਂਸਟ ਹੈ ਸੰਵਿਧਾਨ ਦੇ ਸਪਿਰਿਟ ਦੇ ਅਗੇਂਸਟ ਹੈ ਔਰ ਉਸ ਚੀਜ਼ ਦੇ ਬਾਰੇ ਜਿਹੜਾ ਹੈਗਾ ਆਪੋਜੀਸ਼ਨ ਅਗਰ ਕ੍ਰਿਟਿਸਾਈਜ਼ ਕਰਦੀ ਹੈ ਉਹ ਬਿਲਕੁਲ ਜਾਇਜ਼ ਹੈ ਔਰ ਈਵਨ ਮੈਂ ਵੀ ਇਹ ਗੱਲ ਮਹਿਸੂਸ ਕਰਦਾ ਹਾਂ ਇੱਕ ਪੋਲੀਟੀਕਲ ਸਾਇੰਸ ਦਾ ਸਟੂਡੈਂਟ ਹੋਣ ਦੇ ਨਾਤੇ ਕਿ ਆਪਣੀ ਜਿਹੜੀ ਹੈਗੀ ਹੈ ਸਪੇਸ ਉਹਦੇ ਵਿੱਚ ਰਹਿਣਾ ਚਾਹੀਦਾ ਹੈ ਅਗਰ ਐਨਕਰੋਚ ਕਰਦੇ ਹੋ ਇੱਕ ਦੂਸਰੇ ਦੀ ਸਪੇਸ ਤਾਂ ਉਹਦੇ ਨਾਲ ਐਡਮਿਨਿਸਟ੍ਰੇਸ਼ਨ ਚ ਤਣਾਅ ਵਧੇਗਾ ਔਰ ਤਣਾਅ ਦਾ ਪ੍ਰਭਾਵ ਐਡਮਿਨਿਸਟ੍ਰੇਸ਼ਨ ਤੇ ਪਏਗਾ ਔਰ ਅਲਟੀਮੇਟਲੀ ਸਫਰ ਲੋਕ ਕਰਨਗੇ ਇਸ ਕਰਕੇ ਇਹ ਚੀਜ਼ ਜਿਹੜੀ ਹੈਗੀ ਹੈ ਔਰ ਉਹਦੀ ਰਿਜ਼ੈਂਟਮੈਂਟ ਬੜੀ ਜ਼ਬਰਦਸਤ ਹੋਏਗੀ ਔਰ ਕਈ ਵਾਰ ਜਿੱਦਾਂ ਹੁੰਦਾ ਕਿ ਬਿਊਰੋਕ੍ਰੇਸੀਜ਼ ਦੇ ਵਿੱਚ ਆਪਸ ਚ ਤਣਾਅ ਹੋ ਜਾਂਦਾ ਹੈ ਆਪਣੀ ਸਪੇਸ ਨੂੰ ਲੈ ਕੇ ਤੇ ਹੁੰਦਾ ਰਹਿੰਦਾ ਲੇਕਿਨ ਜਿਸ ਤਰੀਕੇ ਦੇ ਨਾਲ ਗਵਰਨਰ ਸਾਹਿਬ ਬਹੁਤ ਐਕਟਿਵ ਹੋਏ ਹੈ ਕਿਹਾ ਜਾਂਦਾ ਹੈ ਤਾਂ ਉਸ ਚੀਜ਼ ਨੂੰ ਤਾਂ ਨੱਥ ਪਾਉਣ ਦੀ ਲੋੜ ਹੈ ਕਿਉਂਕਿ ਅਸਲ ਜਿਹੜੇ ਹੈਗੇ ਆ ਲੋਕਾਂ ਦੇ ਪ੍ਰਤੀਨਿਧੀ ਐਮਐਲਏ ਹੈ ਜਾਂ ਸੀਐਮ ਹੈ ਜਾਂ ਆਪੋਜੀਸ਼ਨ ਦੇ ਜਿਹੜੇ ਐਮਐਲਏ ਉਹ ਹੈ ਉਹ ਸਾਰੇ ਲੋਕਾਂ ਦੇ ਪ੍ਰਤੀ ਉੱਤਰਦਾਈ ਹੈ ਇਹ ਨਹੀਂ ਹੈ ਕਿ ਗਵਰਨਰ ਬਿਨਾ ਕੋਈ ਇਲੈਕਸ਼ਨ ਲੜੇ ਬਿਨਾ ਕਿਸੇ ਡੈਮੋਕ੍ਰੈਟਿਕ ਪ੍ਰੋਸੈਸ ਦੇ ਥਰੂ ਆਏ ਇੱਕ ਅਪੁਆਇੰਟਡ ਬੰਦਾ ਜਿਹੜਾ ਹੈਗਾ ਉਹ ਲੋਕਾਂ ਦੇ ਪ੍ਰਤੀਨਿਧੀ ਦੇ ਬਰਾਬਰ ਨਹੀਂ ਹੋ ਸਕਦਾ ਬਿਲਕੁਲ ਉਹ ਰਾਜਨੀਤਿਕ ਜ਼ਮੀਨ ਤਿਆਰ ਕਰ ਰਹੇ ਹੋਣ ਇਸ ਤਰ੍ਹਾਂ ਨਹੀਂ ਲੱਗਣਾ ਚਾਹੀਦਾ ਅਗਲੀ ਗੱਲਬਾਤ ਜੀ ਡਾਕਟਰ ਸਾਹਿਬ ਜੀ ਪਲੀਜ਼ ਅਗਲੀ ਗੱਲ ਦੱਸੋ ਅਗਲੀ ਗੱਲ ਵੱਲ ਵਧਦੇ ਹਾਂ ਕਾਫੀ ਅਸੀਂ ਇਹਦੇ ਤੇ ਸਮਾਂ ਇਸ ਕਰਕੇ ਲਾਇਆ ਕਿਉਂਕਿ ਇਹ ਬਹੁਤ ਸੰਵਿਧਾਨਕ ਮਾਮਲਾ ਆ ਔਰ ਇਹ ਮਾਮਲਾ ਪੰਜਾਬ ਦੇ ਲਈ ਬਹੁਤ ਜ਼ਰੂਰੀ ਸੀ ਇਸ ਕਰਕੇ ਅਸੀਂ ਡਾਕਟਰ ਸਾਹਿਬ ਸਮਝਣ ਦਾ ਯਤਨ ਕੀਤਾ ਹੈ ਇਹ ਜਿਹੜਾ ਭਗਵੰਤ ਮਾਨ ਜੀ ਦੀ ਅੱਜ ਜਿਹੜੀ ਪ੍ਰੈਸ ਕਾਨਫਰੰਸ ਸੀ ਜਲੰਧਰ ਦੇ ਵਿੱਚ ਉਹ ਚਰਚਾ 'ਚ ਹੈ ਬਹੁਤ ਆਲੋਚਨਾ ਹੋ ਰਹੀ ਹੈ ਉਹਨਾਂ ਦੀ ਬੋਡੀ ਲੈਂਗੁਏਜ ਨੂੰ ਜਿਹੜਾ ਨਿਸ਼ਾਨੇ ਤੇ ਲਿਆ ਜਾ ਰਿਹਾ ਹੈ ਉਹਨਾਂ ਦਾ ਜਿਹੜਾ ਵਤੀਰਾ ਹੈ ਉਹਨਾਂ ਵੱਲੋਂ ਜਿਹੜੇ ਜਵਾਬ ਦਿੱਤੇ ਗਏ ਪੱਤਰਕਾਰਾਂ ਨੂੰ ਉਹਨਾਂ ਨੂੰ ਲੈ ਕੇ ਕਾਫੀ ਆਲੋਚਨਾ ਹੋ ਰਹੀ ਹੈ ਤੁਸੀਂ ਵੀ ਇਹ ਸੁਣੀ ਹੋਏਗੀ ਪ੍ਰੈਸ ਕਾਨਫਰੰਸ ਤੁਹਾਨੂੰ ਲੱਗਿਆ ਜਿਹਾ ਭਗਵੰਤ ਮਾਨ ਜੀ ਨੇ ਕੁਝ ਅਜਿਹਾ ਕਿਹਾ ਆ ਜਿਹਦੇ ਤੇ ਇਤਰਾਜ਼ ਬਣਦੇ ਨੇ ਦੇਖੋ ਏਦਾਂ ਵੀ ਜਿਸ ਵੇਲੇ ਵੀ ਕੋਈ ਇਸ ਪੋਜੀਸ਼ਨ ਤੇ ਬੰਦਾ ਪਹੁੰਚ ਕੇ ਕੋਈ ਪ੍ਰੈਸ ਕਾਨਫਰੰਸ ਕਰਦਾ ਹੈ ਜਾਂ ਵਾਰਤਾਲਾਪ ਕਰਦਾ ਹੈ ਕੋਈ ਇੰਟਰਵਿਊ ਦਿੰਦਾ ਹੈ ਉਸ ਵੇਲੇ ਉਹਨੂੰ ਇਹ ਚੀਜ਼ ਜਿਹੜੀ ਹੈਗੀ ਹੈ ਸੰਗਿਆਨ ਦੇ ਵਿੱਚ ਲੈਣੀ ਚਾਹੀਦੀ ਹੈ ਕਿ ਪੂਰਾ ਸਟੇਟ ਦੀ ਜਿਹੜੀ ਹੈਗੀ ਹੈ ਜਨਤਾ ਉਹਨੂੰ ਦੇਖ ਰਹੀ ਹੈ ਇੱਕ ਇਸ਼ਾਰਾ ਇੱਕ ਈਵਨ ਉਂਗਲੀ ਹਿਲਾਉਣਾ ਬਾਹ ਹਿਲਾਉਣਾ ਸਿਰ ਹਿਲਾਉਣਾ ਇਹ ਸਾਰੀਆਂ ਚੀਜ਼ਾਂ ਵਾਚ ਹੁੰਦੀਆਂ ਕੀ ਬਾਡੀ ਲੈਂਗੁਏਜ ਹੈ ਤੁਹਾਡੀ ਔਰ ਕਿਸ ਤਰੀਕੇ ਦੇ ਨਾਲ ਤੁਸੀਂ ਦੇਖ ਰਹੇ ਹੋ ਕਿਸ ਤਰੀਕੇ ਦੇ ਨਾਲ ਜਵਾਬ ਦੇ ਰਹੇ ਹੋ ਕਿਆ ਤੁਸੀਂ ਤੁਹਾਡਾ ਮੂਡ ਕਿਸ ਤਰ੍ਹਾਂ ਦਾ ਹਰ ਚੀਜ਼ ਵਾਚ ਹੁੰਦੀ ਹੈ ਔਰ ਬਲਕਿ ਇਹਦੇ ਬਾਰੇ ਤਾਂ ਇੱਕ ਬਹੁਤ ਤਕੜੀਆਂ ਸਟੱਡੀਜ਼ ਹੈਗੀਆਂ
ਲੀਡਰਾਂ ਦੇ ਜਿਹੜਾ ਬੋਡੀ ਲੈਂਗੁਏਜ ਦੇ ਉੱਪਰ ਤਾਂ ਬਹੁਤ ਕਿਤਾਬਾਂ ਆਰਟੀਕਲ ਬਹੁਤ ਲਿਖੇ ਹੋਏ ਆ ਇਹਨਾਂ ਚੀਜ਼ਾਂ ਦੇ ਬਾਰੇ। ਅੱਜ ਦੀ ਜਿਹੜੀ ਪ੍ਰੈਸ ਕਾਨਫਰੰਸ ਦੀ ਤੁਸੀਂ ਗੱਲ ਕਰ ਰਹੇ ਹੋ, ਮੈਨੇ ਵੀ ਅੰਸ਼ਕ ਰੂਪ ਦੇ ਵਿੱਚ ਦੇਖੀ ਸੀਗੀ। 2-3 ਚੀਜ਼ਾਂ ਉਹਦੇ ਵਿੱਚ ਮੈਂ ਫਲੈਗ ਆਊਟ ਕਰਾਂਗਾ। ਹਾਲਾਂਕਿ ਜਿਹੜਾ ਇਹ ਚੱਲ ਰਿਹਾ ਸੀਗਾ ਉਹਦੇ ਪਿੱਛੇ ਕਮੈਂਟਸ ਵੀ ਬੜੇ ਅਜੀਬ ਕਿਸਮ ਦੇ ਆ ਰਹੇ ਸੀਗੇ। ਕੋਈ ਕਹਿ ਰਿਹਾ ਸੀਗਾ ਕਿ ਦਾਰੂ ਪੀਤੀ ਹੋਈ ਹੈ, ਕੋਈ ਕੁਝ ਇਸ ਤਰ੍ਹਾਂ ਦੀਆਂ ਗੱਲਾਂ ਵੀ ਆ ਰਹੀਆਂ ਸੀਗੀਆਂ ਫ੍ਰੈਂਕਲੀ ਸਪੀਕਿੰਗ। ਲੇਕਿਨ ਸੁਖਬੀਰ ਬਾਦਲ ਨੇ ਵੀ ਇਹ ਗੱਲ ਕਹੀ ਹੈ। ਨਹੀਂ, ਮੈਂ ਸੁਖਬੀਰ ਬਾਦਲ ਨੂੰ ਨਹੀਂ ਮੈਨੂੰ ਪਤਾ, ਲੇਕਿਨ ਕੁਝ ਕਮੈਂਟਸ ਇਸ ਤਰ੍ਹਾਂ ਦੇ ਕੁਝ ਵਿਊਅਰਸ ਦੇ ਆ ਰਹੇ ਸੀਗੇ, ਨੀਚੇ ਕਮੈਂਟਸ ਚੱਲ ਰਹੇ ਸੀਗੇ। ਹੁਣ ਗੱਲ ਜਿਹੜੀ ਹੈਗੀ ਆ, ਉਹਨਾਂ ਨੇ 2-3 ਗੱਲਾਂ ਜਿਹੜੀਆਂ ਮੈਨੇ ਸੁਣੀਆਂ। ਇੱਕ ਤਾਂ ਉਹਨਾਂ ਨੂੰ ਕਿਹਾ ਉਹਦੇ ਵਜ਼ੀਫਿਆਂ ਨੂੰ ਲੈ ਕੇ ਕੋਈ ਸਵਾਲ ਪੁੱਛਿਆ ਗਿਆ, ਉਹ ਕਹਿੰਦੇ ਵੀ ਨਾਂ ਲੈ ਕੇ ਉਹਨਾਂ ਨੇ ਕਿਹਾ ਵੀ ਸਾਧੂ ਸਿੰਘ ਧਰਮਸੋਤ ਬੜੀ ਜਲਦੀ ਹਾਈ ਕੋਰਟ ਦੇ ਵਿੱਚ ਅਰਜ਼ੀ ਪਾਉਂਦੇ ਹੋਣਗੇ ਕਿ ਉਹਨਾਂ ਨੂੰ ਜੇਲ੍ਹ ਦੇ ਵਿੱਚ ਕਿਹੜਾ ਉਹ ਮਿਲੇ, A ਕਲਾਸ ਮਿਲੇ, B ਕਲਾਸ, VIP ਕਲਾਸ ਮਿਲੇ, ਜੋ ਵੀ ਹੈ। ਉਹਨਾਂ ਵਿੱਚ ਉਹਨਾਂ ਦਾ 2 ਇਸ਼ਾਰੇ ਸੀਗੇ। ਇੱਕ ਤਾਂ ਇਸ਼ਾਰਾ ਸੀਗਾ ਇਸ ਵੇਲੇ ਜਿਹੜੇ ਆਈ ਥਿੰਕ ਪਟਿਆਲਾ ਜੇਲ੍ਹ ਦੇ ਵਿੱਚ ਹੈਗੇ ਆ ਬਿਕਰਮਜੀਤ ਸਿੰਘ ਮਜੀਠੀਆ, ਉਹਨਾਂ ਨੇ ਐਪਲੀਕੇਸ਼ਨ ਪਾਈ ਸੀਗੀ ਪਿੱਛੇ ਜੇ ਕਿ ਮੇਰਾ ਉਹ ਕੀਤਾ ਜਾਵੇ, ਉਹਨਾਂ ਨੂੰ ਕੁਝ ਸਮਝਾਵੇ ਦਿੱਤੀਆਂ ਵੀ। ਉਹਨਾਂ ਨੂੰ ਖਤਰਾ ਹੈ। ਦੂਸਰਾ ਜਿਹੜਾ ਹੈਗਾ CM ਦੇ ਲੈਵਲ ਤੇ ਜਾ ਕੇ ਬੰਦਾ ਇਹ ਨਹੀਂ ਕਹਿ ਸਕਦਾ ਕਿ ਕੋਈ ਚੀਜ਼ ਦੀ FIR ਨਹੀਂ ਹੈ, ਕੋਈ ਕੋਰਟ ਦੇ ਵਿੱਚ ਕੋਈ ਉਹ ਨਹੀਂ ਹੈ, ਤੇ ਉਹ ਮਤਲਬ ਹੈ ਤੁਸੀਂ ਇੱਕ ਸਮਰੀ ਟ੍ਰਾਇਲ ਮੰਗੋ ਕਰਕੇ ਕਿਸੇ ਨੂੰ ਕਹੋ ਕਿ ਬੰਦਾ ਤਾਂ ਜੇਲ੍ਹ 'ਚ ਜਾਏਗਾ ਹੀ ਜਾਏਗਾ। ਉਹ ਚੀਜ਼ ਜਿਹੜੀ ਹੈਗੀ ਹੈ ਉਹ ਨਹੀਂ ਸੋਭਦੀ, ਕਿਉਂਕਿ ਹਰ ਇੱਕ ਬੰਦੇ ਦੇ ਡੈਮੋਕ੍ਰੈਟਿਕ ਰਾਈਟਸ ਹੈ, ਲੀਗਲ ਰਾਈਟਸ ਹੈ। ਅਗਰ ਕਿਸੇ ਪਰ ਕੋਈ ਆਬਜੈਕਸ਼ਨ ਆਉਂਦਾ ਵੀ ਹੈ ਤਾਂ ਉਹ ਆਪਣਾ ਲੀਗਲ ਰੂਪ ਦੇ ਵਿੱਚ ਡਿਫੈਂਡ ਕਰੇਗਾ। CM ਇਹ ਗੱਲ ਨਹੀਂ ਕਹਿ ਸਕਦਾ ਕਿ ਜੀ ਉਹ ਤਾਂ ਸਮਝ ਲਓ ਜੇਲ੍ਹ 'ਚ ਗਿਆ ਹੀ ਗਿਆ। ਉਹ ਚੀਜ਼ ਜਿਹੜੀ ਹੈਗੀ ਹੈ ਉਹ ਮੈਨੂੰ ਕੁਝ ਅਟਪਟੀ ਲੱਗੀ, ਜਿਹੜੀ ਕਿ CM ਦੇ ਉਹਦੇ ਤੋਂ ਨਹੀਂ ਆਣੀ ਚਾਹੀਦੀ। ਤੇ ਹੋਰ ਵੀ ਕੁਝ ਗੱਲਾਂ ਸੀਗੀਆਂ ਜਿਹੜੀਆਂ ਕਿ ਹੁਣ ਮੇਰੇ ਚੇਤੇ ਨਹੀਂ ਹੈ। ਮੈਂ ਤੁਹਾਨੂੰ ਯਾਦ ਕਰਾ ਦਿੰਦਾ, ਅਧਿਕਾਰੀਆਂ ਬਾਰੇ ਸਵਾਲ ਪੁੱਛਿਆ ਸੀ, ਇੱਕ ਜਲਿਆਂਵਾਲੇ ਬਾਗ ਬਾਰੇ ਸਵਾਲ ਪੁੱਛਿਆ ਸੀ ਕਿ ਸਰਗਤ ਜੀ ਮੈਂ ਤੁਹਾਨੂੰ ਦੱਸਦਾ। ਉਹਨਾਂ ਨੇ ਕਿਹਾ ਕਿ ਮੈਂ ਤਾਂ ਆਪਣੇ ਅਧਿਕਾਰੀ ਮੈਨੇ ਭੇਜੇ ਸੀਗੇ ਤੇ ਮੈਂ ਭੇਜੂਗਾ, ਅੱਗੇ ਨੂੰ ਵੀ ਭੇਜੂਗਾ। ਔਰ ਉਹਨਾਂ ਨੇ ਵੀ ਕਿਹਾ ਵੀ 16 ਤਰੀਕ ਨੂੰ ਜਿਸ ਵੇਲੇ ਅਸੀਂ ਕੋਈ ਐਲਾਨ ਕਰਾਂਗੇ ਉਸ ਤੋਂ ਬਾਅਦ ਤੁਸੀਂ ਬਲਕਿ ਕਹੋਗੇ ਕਿ ਭੇਜਿਆ ਕਰੋ। ਬਿਜਲੀ ਦਾ ਕਹਿੰਦਾ ਵੀ ਜਿਹੜੀਆਂ ਘਟਾਉਣੀਆਂ ਮੁਫਤ ਜਿਹੜੇ 300 ਯੂਨਿਟ ਦੇਣੇ ਆ। ਦੇਖੋ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਮਦਨਦੀਪ ਜੀ, ਕਿ ਜਿਹੜੇ ਅਧਿਕਾਰੀ ਹੈ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਦੂਸਰੇ ਸਟੇਟਾਂ ਦੇ ਵਿੱਚ ਜਾਂਦੇ ਰਹਿੰਦੇ ਆ ਔਰ ਦੂਸਰੇ ਸਟੇਟਾਂ ਦੇ ਵਿੱਚੋਂ ਫੀਡਬੈਕ ਲੈਂਦੇ ਆ ਰਹਿੰਦੇ ਆ। ਜਿਵੇਂ ਕਿ ਮੈਂ ਕਿਸੇ ਜਗ੍ਹਾ ਕਿਹਾ ਵੀ ਸੀਗਾ ਸਕੀਮਾਂ ਨੂੰ ਲੈ ਕੇ, ਜਿਹੜੀਆਂ ਸਰਕਾਰ ਦੀਆਂ ਸਕੀਮਾਂ ਹੁੰਦੀਆਂ, ਔਰ ਇਹ ਵੀ ਹੈ ਕਿ ਸਰਕਾਰ ਦੀਆਂ ਸਕੀਮਾਂ ਉੱਥੇ ਕਿਵੇਂ ਚੱਲ ਰਹੀਆਂ, ਇੱਥੇ ਕਿਵੇਂ ਉਹਨਾਂ ਨੂੰ ਲਾਗੂ ਕਰਨਾ ਹੈ, ਕਿਉਂਕਿ ਹਰ ਪ੍ਰਾਂਤ ਦੀ ਰੈਵਨਿਊ ਦੀ ਸਥਿਤੀ ਡਿਫਰੈਂਟ ਹੈ, ਹਰ ਪ੍ਰਾਂਤ ਦੀ ਪਾਪੂਲੇਸ਼ਨ ਦੀ ਡੈਂਸਿਟੀ ਜਾਂ ਪਾਪੂਲੇਸ਼ਨ ਦੀ ਸਥਿਤੀ ਡਿਫਰੈਂਟ ਹੈ। ਉਹਨਾਂ ਦੀ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਹੈ, ਜਿਵੇਂ ਕਿ ਦਿੱਲੀ ਹੈ, ਦਿੱਲੀ ਦੇ ਵਿੱਚ ਤਾਂ ਰੂਰਲ ਏਰੀਆ ਹੈ ਹੀ ਨਹੀਂ ਇੰਨਾ, ਪੰਜਾਬ ਦੇ ਵਿੱਚ ਰੂਰਲ ਏਰੀਆ ਬਹੁਤ ਹੈ। ਉਹ ਸਕੀਮ ਨੂੰ ਤੁਸੀਂ ਰੂਰਲ ਏਰੀਆ 'ਚ ਕਿਵੇਂ ਲਾਗੂ ਕਰੋਗੇ? ਮੈਂ ਜਿਹੜੀ ਗੱਲ ਕਹਿ ਰਿਹਾ ਉਹ ਹੈਗੀ ਹੈ ਕਿ ਬਿਊਰੋਕ੍ਰੇਸੀ ਦੇ ਲੈਵਲ ਤੇ ਅਗਰ ਕੋਈ ਕੋਆਰਡੀਨੇਸ਼ਨ ਹੁੰਦੀ ਹੈ, ਅਗਰ ਕੋਈ ਸਕੀਮਾਂ ਹੈਗੀਆਂ ਉਹਨਾਂ ਦੀ ਇੰਪਲੀਮੈਂਟੇਸ਼ਨ ਦੇ ਬਾਰੇ ਕੋਈ ਗਿਆਨ ਹੁੰਦਾ ਹੈ ਤਾਂ ਇਟਸ ਓਕੇ, ਕੋਈ ਪ੍ਰੋਬਲਮ ਨਹੀਂ। ਲੇਕਿਨ ਕਿਸੇ ਦੂਸਰੇ ਸਟੇਟ ਦਾ CM ਅਗਰ ਤੁਹਾਡੀ ਬਿਊਰੋਕ੍ਰੇਸੀ ਦੇ ਨਾਲ ਔਪਚਾਰਿਕ ਮੀਟਿੰਗ ਆਪਣੇ ਆਫਿਸ ਦੇ ਵਿੱਚ ਕਰਦਾ ਹੈ ਤੇ ਉਹਨੂੰ ਸਬਕ ਦੇਣ ਦੀ ਕੋਸ਼ਿਸ਼ ਕਰਦਾ ਹੈ, ਉਹ ਤੁਹਾਡੇ ਸਟੇਟ ਦੀ ਬਿਊਰੋਕ੍ਰੇਸੀ ਦੀ ਬੇਇੱਜ਼ਤੀ ਹੈ। ਔਰ ਇਸ ਚੀਜ਼ ਨੂੰ ਜਿਹੜਾ ਹੈਗਾ ਅਵੋਇਡ ਕਰਨਾ ਚਾਹੀਦਾ। ਔਰ ਕੱਲ ਨੂੰ ਅੱਜ ਬਿਊਰੋਕਰੈਟ ਚਲੇਗਾ, ਕੱਲ ਨੂੰ ਉਹ ਕਹਿਣਗੇ ਜੀ ਅਸੀਂ ਦੂਸਰੇ ਸਟੇਟ ਦੇ CM ਤੋਂ ਆਦੇਸ਼ ਕਿਉਂ ਲਈਏ, ਅਸੀਂ ਤਾਂ ਇਸ ਸਟੇਟ ਨੂੰ ਗਵਰਨ ਕਰਨਾ, ਅਸੀਂ ਤਾਂ ਇਸ ਸਟੇਟ ਨੂੰ ਦੇਖਣਾ, ਤੁਸੀਂ ਜੋ ਕਹੋਗੇ ਅਸੀਂ ਉਹ ਦੇਖਾਂਗੇ, ਉਹਨੂੰ ਸੰਵਿਧਾਨ ਦੇ ਮੁਤਾਬਕ, ਕਾਨੂੰਨ ਦੇ ਮੁਤਾਬਕ ਲਾਗੂ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਉਹਨਾਂ ਨੇ ਕਿਹਾ ਕਿ ਅਸੀਂ ਉੱਥੇ ਜੀ ਆਪਣੇ ਟਰੰਪ ਦੀ ਵਾਈਫ ਨੇ ਸਕੂਲ ਉਹ ਕੀਤੇ ਇੰਸਪੈਕਟ, ਉਹ ਵੀ ਕਿਹਾ ਉਹ ਇੱਕ ਡਿਫਰੈਂਟ ਇਸ਼ੂ ਹੈ, ਉਹ ਇਸ਼ੂ ਬਿਲਕੁਲ ਹੀ ਡਿਫਰੈਂਟ ਹੈ। ਤੁਸੀਂ ਅਗਰ ਕਿਸੇ ਜਗ੍ਹਾ ਕਿਸੇ ਨੂੰ ਓਰੀਐਂਟੇਸ਼ਨ ਕੋਰਸ ਵਾਸਤੇ ਆਪਣੇ ਅਧਿਕਾਰੀਆਂ ਨੂੰ ਭੇਜਦੇ ਆ, ਰਿਫਰੈਸ਼ਰ ਕੋਰਸਿਸ ਵਾਸਤੇ ਭੇਜਦੇ ਆ, ਟ੍ਰੇਨਿੰਗ ਵਾਸਤੇ ਭੇਜਦੇ ਆ, ਇਟਸ ਓਕੇ। ਲੇਕਿਨ ਅਗਰ ਤੁਸੀਂ ਕਿਸੇ ਹੋਰ ਸਟੇਟ ਦੀਆਂ ਸਕੀਮਾਂ ਨੂੰ ਆਪਣੇ ਉੱਪਰ ਲਾਗੂ ਕਰਦੇ ਹੋ
ਤਾਂ ਇੱਕ ਪੋਲੀਟੀਕਲ ਅਰੇਂਜਮੈਂਟ ਹੈ, ਉੱਥੇ ਦਾ ਸੀਐਮ ਜਾਂ ਦਿੱਲੀ ਦਾ ਜਿਹੜਾ ਕੋਈ ਵੀ ਜਿਹੜਾ ਹੈਗਾ ਮੰਤਰੀ ਹੈ, ਉਹ ਤੁਹਾਨੂੰ ਸਕੀਮਾਂ ਦੇਵੇ, ਤੁਹਾਡੇ ਮੰਤਰੀ ਨੂੰ ਬੁਲਾ ਕੇ ਉਹ ਗੱਲ ਕਰੇ, ਕਿਉਂਕਿ ਸੇਮ ਪਾਰਟੀ ਦੀ ਸਰਕਾਰ ਹੈ। ਤਾਂ ਇੱਕ ਬੰਦੇ ਨੇ ਮੈਨੂੰ ਕੱਲ ਜੇ ਗੱਲ ਪੁੱਛੀ, ਮੈंने ਕਿਹਾ ਜੀ ਇਹਦੇ ਚ ਕੀ ਇਤਰਾਜ਼ ਹੈ, ਤਾਂ ਮੈंने ਕਿਹਾ ਵੀ ਤੁਸੀਂ ਇਹ ਦੱਸੋ। ਉਹ ਕਹਿੰਦੇ ਵੀ ਉੱਥੇ ਆਮ ਆਦਮੀ ਪਾਰਟੀ ਦੀ ਦਿੱਲੀ ਚ ਵੀ ਸਰਕਾਰ ਹੈ, ਇੱਥੇ ਵੀ ਸਰਕਾਰ ਹੈ। मैंने ਕਿਹਾ ਤੁਸੀਂ ਕਦੇ ਇਹ ਸੁਣਿਆ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਹੋ ਗਵੇ ਤੇ ਪੰਜਾਬ ਦੇ ਅਧਿਕਾਰੀਆਂ ਨੂੰ ਰਾਹੁਲ ਗਾਂਧੀ ਮੀਟਿੰਗ ਲੈ ਰਿਹਾ ਹੋਵੇ ਜਾਂ ਸੋਨੀਆ ਗਾਂਧੀ ਮੀਟਿੰਗ ਲੈ ਰਹੀ ਹੋਵੇ? ਇਸ ਤਰ੍ਹਾਂ ਕਦੇ ਸੁਣਿਆ? ਕਹਿੰਦੇ ਨਹੀਂ। ਮੈਂ ਕਿਹਾ ਫਿਰ ਉਹੀ ਚੀਜ਼ ਇੱਥੇ ਹੈ। ਗੱਲ ਇਹ ਨਹੀਂ ਹੈ ਵੀ ਉਹ ਕੀ ਹੋਇਆ, ਗੱਲ ਇਹ ਹੈ ਵੀ ਕਿਆ ਉਹ ਸਾਡੇ ਐਡਮਿਨਿਸਟ੍ਰੇਟਿਵ ਸਟਰਕਚਰ ਦੇ ਦਾਇਰੇ 'ਚ ਹੋਇਆ ਜਾਂ ਨਹੀਂ ਹੋਇਆ। ਅਗਰ ਨਹੀਂ ਹੋਇਆ ਤਾਂ ਗਲਤ ਹੈ। ਪੋਲੀਟੀਕਲ ਲੈਵਲ ਤੇ ਤੁਸੀਂ ਕੋਆਪਰੇਸ਼ਨ ਕਰਦੇ ਹੋ, ਕੋਆਰਡੀਨੇਸ਼ਨ ਕਰਦੇ ਹੋ ਸਕੀਮਾਂ ਦੀ ਸਾਰਿਆਂ ਦੀ, ਲੇਕਿਨ ਇੰਪਲੀਮੈਂਟੇਸ਼ਨ ਜਿਹੜੀ ਹੈਗੀ ਹੈ ਉਹ ਸਾਡੇ ਮੰਤਰੀਆਂ ਦੇ ਥਰੂ, ਸਾਡੇ ਸੀਐਮ ਦੇ ਥਰੂ ਹੋਣੀ ਚਾਹੀਦੀ ਹੈ, ਨਾ ਕਿ ਕੋਈ ਹੋਰ ਸੀਐਮ ਜਿਹੜਾ ਹੈਗਾ ਉਹ ਪਾਠ ਪੜ੍ਹਾਵੇ ਤੁਹਾਨੂੰ ਆਪਣੇ ਦਫ਼ਤਰ 'ਚ ਬੈਠ ਕੇ। ਉਹ ਸਾਡੇ ਪ੍ਰਾਂਤ ਦੇ ਲੋਕਾਂ ਦੀ ਵੀ ਬੇਇੱਜ਼ਤੀ ਹੈ, ਔਰ ਬਿਊਰੋਕ੍ਰੇਸੀ ਜਿਹੜੀ ਹੈਗੀ ਹੈ ਉਹਨੂੰ ਵੀ ਇੱਕ ਤਰੀਕੇ ਦੇ ਨਾਲ ਅਗਰ ਕਿਤੋਂ ਸਮਨ ਕਿਸੇ ਹੋਰ ਸੀਐਮ ਦੇ ਆਫਿਸ ਤੋਂ ਆਉਂਦੇ ਆ ਤਾਂ ਉਹ ਮੰਨਣ ਵਾਸਤੇ ਬੰਨਿਆ ਹੋਇਆ ਨਹੀਂ ਹੈ। ਤਾਂ ਉਹਦੇ ਵਿੱਚ ਰਿਵੋਲਟ ਹੋ ਸਕਦਾ ਹੈ, ਉਹਦੇ ਵਿੱਚ ਰਿਜ਼ੈਂਟਮੈਂਟ ਹੋ ਸਕਦੀ ਹੈ। ਅੱਜ ਨਹੀਂ ਹੋਗੀ ਤਾਂ ਕੱਲ ਨੂੰ ਹੋਏਗੀ। ਇਸ ਚੀਜ਼ ਨੂੰ ਅਵੋਇਡ ਕੀਤਾ ਜਾ ਸਕਦਾ। ਪਰ ਡਾਕਟਰ ਸਾਹਿਬ ਜਿਹੜੀ ਇਹ ਉਹਨਾਂ ਤੇ ਇਲਜ਼ਾਮ ਲੱਗ ਰਹੇ ਆ ਕਿ ਉਹਨਾਂ ਨੇ ਸ਼ਰਾਬ ਪੀਤੀ ਹੋਈ ਸੀ, ਇਹ ਕੀਤਾ ਹੋਇਆ ਸੀ, ਉਹ ਕੀਤਾ ਹੋਇਆ ਸੀ, ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਵੀ ਬਹੁਤ ਕੁਝ ਘੁੰਮ ਰਿਹਾ ਹੈ। ਸੁਖਬੀਰ ਬਾਦਲ ਇੱਕ ਬੜੇ ਜ਼ਿੰਮੇਵਾਰ ਲੀਡਰ ਨੇ, ਸ਼੍ਰੋਮਣੀ ਅਕਾਲੀ ਦਲ ਦੇ ਮੁਖੀ ਨੇ, ਉਹਨਾਂ ਨੇ ਵੀ ਇੱਕ ਧਾਰਮਿਕ ਸਥਾਨ ਤੇ ਜਾਣ ਦੀ ਗੱਲ ਕਹੀ ਕਿ ਉਦੋਂ ਉਹਨਾਂ ਨੇ ਕੀਤੀ ਹੋਈ ਸੀ। ਜਿਹੜੀਆਂ ਇਹ ਗੱਲਾਂ, ਇਹ ਅਫਵਾਹਾਂ ਹੋਣ ਜਾਂ ਇਹ ਸੱਚਾਈ ਹੋਵੇ, ਜਿਹੜੀ ਇਹ ਗੱਲ ਮੁੱਖ ਮੰਤਰੀ ਦੇ ਇੱਕ ਜੇ ਕਦ ਕਾਠ ਦੇ ਖਿਲਾਫ ਇਸ ਤਰ੍ਹਾਂ ਦੀ ਗੱਲਾਂ ਕੀਤੀਆਂ ਜਾ ਰਹੀਆਂ, ਉਹਨਾਂ ਦੇ ਰੁਤਬੇ ਨੂੰ ਢਾਹ ਲੱਗਦੀ ਹੈ, ਇਹਦੇ ਤੋਂ ਬਚਣ ਦੀ ਲੋੜ ਤਾਂ ਮੇਰਾ ਖਿਆਲ ਉਹਨਾਂ ਨੂੰ ਹੈ। ਦੇਖੋ ਮਦਨਦੀਪ ਜੀ, ਕਿਸੇ ਨੂੰ ਕਿਹਾ ਜਾਂਦਾ ਹੈ ਕਿ ਉਹ ਸਵੇਰੀ ਮੋਟੀ ਫੀਮ ਖਾ ਲੈਂਦਾ, ਉਸ ਤੋਂ ਬਾਅਦ ਹੀ ਤੁਰਦਾ। ਹਾਂ। ਕਿਸੇ ਨੂੰ ਕਿਹਾ ਜਾਂਦਾ ਹੈ ਕਿ ਉਹ दारू ਪੀਂਦਾ ਹੈ, ਉਹ ਉਹਨਾਂ ਦਾ ਪਰਸਨਲ ਮਾਮਲਾ ਹੈਗਾ। ਲੇਕਿਨ ਜਿੱਥੇ ਤੱਕ ਸਵਾਲ ਹੈ ਪਬਲਿਕ ਫੋਰਾ ਦੇ ਵਿੱਚ ਜਿਸ ਵੇਲੇ ਆਉਂਦੇ ਆ, ਅਗਰ ਉੱਥੇ ਕਿਸੇ ਤਰੀਕੇ ਦੇ ਨਾਲ ਕੋਈ ਮਿਸਬਿਹੇਵ ਹੁੰਦਾ ਹੈ ਜਾਂ ਕੋਈ ਗਲਤ ਭਾਸ਼ਾ ਦਾ ਇਸਤੇਮਾਲ ਹੁੰਦਾ ਹੈ ਤਾਂ ਉਹਦੀ ਰਿਸਪੌਂਸਿਬਿਲਿਟੀ ਉਸ ਲੀਡਰ ਤੇ ਜਾਏਗੀ, ਔਰ ਉਹਦਾ ਖਮਿਆਜ਼ਾ ਜਿਹੜਾ ਹੈਗਾ ਉਹ ਲੀਡਰ ਭੁਗਤੇਗਾ। ਲੋਕਾਂ ਦੀ ਕਚਹਿਰੀ ਦੇ ਵਿੱਚ ਲੋਕ ਪਲ ਪਲ ਆਪਣੇ ਲੀਡਰਾਂ ਨੂੰ ਦੇਖਦੇ ਆ, ਹਰ ਚੀਜ਼ ਜਿਹੜੀ ਹੈਗੀ ਹੈ ਨੋਟਿਸ ਕਰਦੇ ਆ, ਕੋਈ ਅਨਨੋਟਿਸ ਨਹੀਂ ਜਾਂਦੀ। ਤਾਂ ਉਹਦੀ ਜ਼ਿੰਮੇਵਾਰੀ ਉਸ ਲੀਡਰ ਦੀ ਹੈ। ਕੋਈ ਦਾਰੂ ਨੁਕਸਾਨ ਹੁੰਦਾ ਹੈ ਡਾਕਟਰ ਸਾਹਿਬ, ਸੂਬੇ ਦੇ ਮੁੱਖ ਮੰਤਰੀ ਦੇ ਖਿਲਾਫ ਇਸ ਤਰ੍ਹਾਂ ਪ੍ਰਚਾਰ ਹੋਣ ਦਾ ਮਤਲਬ ਇਹ ਆ ਕਿ ਤੁਸੀਂ ਸੂਬੇ ਦੀ ਇਨਵੈਸਟਮੈਂਟ ਨੂੰ ਨੁਕਸਾਨ ਪਹੁੰਚਾ ਰਹੇ ਹੋ। ਦੇਖੋ ਏਦਾਂ ਹੈਗਾ ਕਿ ਅਗਰ ਕੋਈ ਵੀ ਲੀਡਰ ਜੀ ਜ਼ਿੰਮੇਵਾਰ ਢੰਗ ਦੇ ਨਾਲ ਲੋਕਾਂ ਦੇ ਸਾਹਮਣੇ ਨਹੀਂ ਵਿਚਰਦਾ ਤਾਂ ਉਹਦਾ ਨੁਕਸਾਨ ਜਿਹੜਾ ਹੈਗਾ ਉਸ ਲੀਡਰ ਨੂੰ ਵੀ ਹੋਏਗਾ, ਉਸ ਪਾਰਟੀ ਨੂੰ ਵੀ ਹੋਏਗਾ, ਔਰ ਲੋਕਾਂ ਨੂੰ ਨੁਕਸਾਨ ਇਹ ਹੋਏਗਾ ਕਿ ਅਗਰ ਕੋਈ ਵਾਕਈ ਇਸ ਤਰ੍ਹਾਂ ਦਾ ਲੀਡਰ ਹੈ ਜਿਹੜਾ ਕਿ ਹਰ ਵੇਲੇ ਨਸ਼ੇ 'ਚ ਹੀ ਰਹਿੰਦਾ ਹੈ ਔਰ ਉਹਨੂੰ ਪਤਾ ਹੀ ਨਹੀਂ ਮੈਨੇ ਕਿੱਥੇ ਕੀ ਗੱਲ ਕਹਿਣੀ ਹੈ, ਤਾਂ ਨੈਚੁਰਲੀ ਉਹਦਾ ਪ੍ਰਭਾਵ ਜਿਹੜਾ ਹੈਗਾ ਉਹਨੂੰ ਨॉन ਸੀਰੀਅਸਲੀ ਲੈਗੀ, ਬਿਊਰੋਕ੍ਰੇਸੀ ਵੀ ਨॉन ਸੀਰੀਅਸਲੀ ਲੈਗੀ, ਸਾਹਮਣੇ ਨਹੀਂ ਹੱਸੇਗੀ, ਪਿੱਛੇ ਹੱਸੇਗੀ। ਤਾਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਉਹਦਾ ਅਸਰ ਤਾਂ ਹੈ ਪਬਲਿਕ ਲਾਈਫ ਦੇ ਵਿੱਚ। ਜਦ ਤੁਸੀਂ ਰਹਿਣਾ ਹੈ ਤਾਂ ਤੁਸੀਂ ਨੀਟ ਐਂਡ ਕਲੀਨ ਬਣ ਕੇ ਰਹਿਣਾ ਪਏਗਾ ਪਬਲਿਕ ਲਾਈਫ ਦੇ ਵਿੱਚ, ਕਿਉਂਕਿ ਅੱਜ ਸੋਸ਼ਲ ਮੀਡੀਆ ਦਾ ਦੌਰ ਹੈ ਔਰ ਇਸ ਦੌਰ ਦੇ ਵਿੱਚ ਤੁਸੀਂ ਇਕੱਲੇ ਦੂਰਦਰਸ਼ਨ ਦੇ ਉੱਪਰ ਤਾਂ ਡਿਪੈਂਡੈਂਟ ਹੈ ਨਹੀਂ। ਸੈਂਕੜੇ ਵੈਬ ਚੈਨਲ, ਸੈਂਕੜੇ ਮੀਡੀਆ ਚੈਨਲ ਤੁਹਾਡੇ ਲੋਕਾਂ ਦੇ ਜਿਹੜੇ WhatsApp ਮੈਸੇजेस ਉਹੀ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਫੈਲਦੇ ਆ। ਅੱਜ ਕੱਲ ਇਨਸਟੈਂਟ ਇਨਫੋਰਮੇਸ਼ਨ ਦਾ ਜ਼ਮਾਨਾ ਹੈ। ਅੱਗੇ ਨਾਲੋਂ ਤੇਜ਼। ਅੱਜ ਕੁਝ ਹੋਏਗਾ, ਇੱਥੇ ਕੁਝ ਹੋਏਗਾ, ਅਗਲੇ ਪਲ ਜਿਹੜਾ ਹੈਗਾ ਉਹ ਕੈਨੇਡਾ 'ਚ ਵੀ ਲੋਕਾਂ ਨੂੰ ਪਤਾ ਹੋਊਗਾ, ਉਹ ਅਮਰੀਕਾ 'ਚ ਵੀ ਲੋਕਾਂ ਨੂੰ ਪਤਾ ਹੋਏਗਾ। ਇਸ ਤਰ੍ਹਾਂ ਦਾ ਦੌਰ ਹੈ, ਇਸ ਕਰਕੇ ਇਹਦਾ ਪ੍ਰਭਾਵ ਪੈਂਦਾ ਹੈ ਡੈਫੀਨੇਟਲੀ ਅਗਰ ਤੁਸੀਂ ਲੋਕਾਂ ਦੇ ਵਿੱਚ ਇਰਰਿਸਪੌਂਸਿਬਲ ਤਰੀਕੇ ਦੇ ਨਾਲ ਬਿਹੇਵ ਕਰਦੇ ਹੋ ਜਾਂ ਇਰਰਿਸਪੌਂਸਿਬਲ ਤਰੀਕੇ ਦੇ ਨਾਲ ਵਿਚਰਦੇ ਹੋ। ਬਿਲਕੁਲ ਠੀਕ ਹੈ ਡਾਕਟਰ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮੇਰਾ ਖਿਆਲ ਹੈ ਸਾਡੇ ਦਰਸ਼ਕ ਜੋ ਅਸੀਂ ਗੱਲ ਕਹਿਣੀ ਚਾਹੁੰਦੇ ਸੀ ਉਹਨਾਂ ਨੇ ਸੁਣੀ ਹੈ, ਉਹਨਾਂ ਨੂੰ ਸਮਝ ਆਈ ਹੋਵੇਗੀ। ਬਹੁਤ ਬਹੁਤ ਧੰਨਵਾਦ। ਧੰਨਵਾਦ ਜੀ, ਬਹੁਤ ਬਹੁਤ ਮਦਨਦੀਪ ਜੀ।